ਸਾਧ ਸੰਗਤ ਜੀ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਉਹਨੇ ਤੇ ਚਲੇ ਜਾਣਾ ਜਿਹੜਾ ਆਪਣਾ ਟਾਈਮ ਆਇਆ। ਸਤਿਗੁਰਾਂ ਨੇ ਲਿਖਿਆ ਕਿ ਨਾ ਵੱਢਣ ਘਟਣ ਤਿਲਸਾਰ ਤਿਲ ਚੁੱਕੀ ਹੈ। ਜਿਹੜਾ ਇੱਕ ਤਿਲ ਜਿੰਨਾ ਵੀ ਨਾ ਸਾਹ ਵੱਧ ਘੱਟ ਨਹੀਂ ਸਕਦਾ। ngਣ ਘਾਲੇ ਸਭ ਦਿਵਸ ਸਾਥ, ਇਹ ਰਿਕਾਰਡ ਨਹੀਂ ਵੈਸੇ ਹੋਇਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਸਿੱਖ ਦਾ ਭਜਨ ਸੁਣਾਉਂਦੇ ਹੁੰਦੇ ਸੀ ਕਿ ਉਹ ਬਾਣੀ ਇਸ ਤਰ੍ਹਾਂ ਪੜ੍ਹਦਾ ਸੀ, ਹੌਲੀ ਹੌਲੀ, ਦਵਾ ਦਾ ਝਟਪਟ ਨਹੀਂ ਪੜ੍ਹ ਕੇ ਪਾਰ ਲਾ ਦੇਣੀ। ngਣ ਘਾਲੇ ਸਭ ਦਿਵਸ ਸਾਥ, ਨਹਿ ਵੱਢਣ ਘਟਣ ਤਿਲ ਸਾਰ, ਜੀਵਨ ਲੋਰੈ ਪਰਮ ਮੋਹ, ਨਾਨਕ ਤਿਉ ਗਵਾਰ। ਤੋ ਸਤਿਗੁਰਾਂ ਦਾ ਜਿਹੜਾ ਹੁਕਮ ਹੈ ਉਹਦੇ 'ਚ ਆਪਾਂ ਚੱਲੀਏ। ਜਿੰਨਾ ਸਤਿਗੁਰੂ ਕਿਰਪਾ ਕਰੇ, ਜਿੰਨਾ ਕੋਈ ਗੁੜ ਪਾਏਗਾ ਉਹਨਾਂ ਮਿੱਠਾ ਹੋਏਗਾ। ਭਜਨ ਬਾਣੀ ਕਰੋ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੋ ਕਿ ਸਾਨੂੰ ਸਾਂਗ ਦੇ ਸਮੇਂ ਸਿਦਕ ਦੇ, ਸਾਨੂੰ ਆਪਣਾ ਹੱਥ ਦੇ ਕੇ ਰੱਖ। ਇਹ ਭਾਣਾ ਮੰਨਣਾ ਬਹੁਤ ਔਖਾ ਹੈ। ਤੇਰਾ ਭਾਣਾ ਤੂੰ ਹੈ ਮਨਾਏ ਜਿਸਨੂੰ ਹੋਏ ਦਇਆਲਾ। ਮਨੁੱਖ ਭਾਣਾ ਨਹੀਂ ਮੰਨ ਸਕਦਾ। ਤੁਸੀਂ ਦੇਖੋ ਕਿ ਇਸ ਵੇਲੇ ਸੰਸਾਰ 'ਤੇ ਜਿਨ੍ਹਾਂ ਨੂੰ ਸਿਆਣੇ ਆਖਿਆ ਜਾਂਦਾ ਨਾ, ਉਹ ਨੇ ਜਿਹੜੇ ਚੰਦਰਮਾ 'ਤੇ ਤਾਰਿਆਂ 'ਤੇ ਚਲੇ ਜਾਂਦੇ ਨੇ, ਉੱਥੋਂ ਮਿੱਟੀ ਲਿਆ ਦਿੰਦੇ ਨੇ, ਉੱਥੋਂ ਦੀਆਂ ਗੱਲਾਂ ਦੱਸਦੇ ਨੇ, TV 'ਤੇ ਤੁਹਾਨੂੰ ਉਹ ਥਾਂ ਵਿਖਾ ਦਿੰਦੇ ਨੇ। ਉਹਨਾਂ ਨੂੰ ਸਿਆਣੇ ਆਖਿਆ ਜਾਂਦਾ, ਪਰ ਗੁਰਬਾਣੀ ਅਨੁਸਾਰ ਉਹਨਾਂ ਨੂੰ ਨਹੀਂ ਮੰਨਿਆ। ਸੂਰਫ ਰਾਗ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ। ਉਹ ਜਿਹੜੇ ਸਿਆਣੇ ਨੇ ਉਹਨਾਂ ਨੂੰ ਪੁੱਛੇ ਹੋਏ ਅੱਗੇ ਕਿਹਦਾ ਮਿਲਣਾ ਹੁੰਦਾ। ਸਾਧ ਸੰਗਤ ਜੀ, ਜਿਹਨੇ ਜਿਹਨੇ ਜਿਸ ਤਰ੍ਹਾਂ ਕੋਈ ਆਪਣੇ ਗੁਰੂ ਤੋਂ ਭਜਨ ਪੁੱਛਿਆ, ਭਜਨ ਕਰੋ, ਅਰਦਾਸ ਕਰੋ, ਬਖਸ਼ਿਸ਼ ਮੰਗਿਆ ਕਰੋ। ਬਖਸ਼ਿਸ਼ ਐਸੀ ਚੀਜ਼ ਹੈ ਜਿਹੜੀ ਬਗੈਰ ਮੁਲਕ ਤੋਂ ਮਿਲਦੀ ਹੈ। ਉਹ ਹੋ ਜਾਵੇ ਤੇ ਉਹਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ। ਮੈਨੂੰ ਬੜੀ ਖੁਸ਼ੀ ਹੈ ਕਿ ਪੂਰਬਾ ਜੀ ਨੇ ਬੜਾ ਸੱਤ ਰੱਖਿਆ। ਡੋਲਣ ਤੋਂ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ, ਇਹਨਾਂ ਨੂੰ ਬਚਾ ਕੇ ਰੱਖਿਆ। ਅਗਾਂਹ ਵਾਸਤੇ ਸਾਨੂੰ ਵੀ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਸਤਿਗੁਰੂ ਕਿਰਪਾ ਕਰੇ, ਸਤਿਗੁਰਾਂ ਦਾ ਭਾਣਾ ਮੰਨਿਆ ਜਾਵੇ, ਉਹਦੇ ਵਿੱਚ ਸੁੱਖ ਹੈ। ਮੈਂ ਇਹ ਕਾਪੀ ਰੱਖ ਦੇ। ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਵਿੱਚ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਪੂਜਨੀਏ ਯੋਗੀ ਜੀ ਮਹਾਰਾਜ, ਸਤਿਕਾਰਯੋਗ ਸਾਡੇ ਪ੍ਰਧਾਨ ਗੁਰਚਰਨ ਸਿੰਘ ਜੀ ਟੋੜਾ, ਡਾਕਟਰ ਸਰਦਾਰਾ ਸਿੰਘ ਜੌਹਰ, ਹੋਰ ਆਏ ਪਤਵੰਤੇ ਸੱਜਣੋ। ਆਪਨੇ ਸ਼ਹੀਦਾਂ ਬਾਰੇ ਚਰਚਾ ਕੀਤੀ ਤੇ ਸੁਣੀ ਹੈ। ਮੈਂ ਫਿਰ ਭੁੱਲ ਨਾ ਜਾਵਾਂ, ਮੈਂ ਪਹਿਲਾਂ ਅਰਜ਼ ਕਰਦਿਆਂ ਕੁਛ ਭੁਲੇਖੇ ਅੰਗਰੇਜ਼ ਤੇ ਉਹਨਾਂ ਦੇ ਭਰੋਸਾਏ ਇਤਿਹਾਸਕਾਰਾਂ ਨੇ ਪਾਏ ਨੇ। ਜਿਸ ਤਰ੍ਹਾਂ ਵਰਿਆਮ ਸਿੰਘ ਇੱਟਾਂ ਰੱਖ ਕੇ ਥੱਲੇ ਬਰਾਬਰ ਆਪਣਾ ਕੱਦ ਕੀਤਾ, ਤੇ ਕਈ ਬੁਲਾਰੇ ਨਾ ਕਹਿੰਦੇ ਨੇ ਕਿ ਬਿਸ਼ਨ ਸਿੰਘ ਜਿਹੜਾ ਸੀ 12 ਸਾਲ ਦਾ ਸੀ, ਛੋਟੀ ਉਮਰ ਦਾ ਸੀ, ਉਹਨੇ ਥੱਲੇ ਰੱਖੇ ਸਨ। ਕਈਆਂ ਨੇ ਲਿਖਿਆ ਕਿ ਤੋਪਾਂ ਅੱਗੇ ਬੰਨ੍ਹ ਕੇ ਉਡਾਏ ਗਏ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਬਾਰੇ ਵੀ ਇਹ ਭੁਲੇਖਾ ਪਾਇਆ ਗਿਆ ਅੰਗਰੇਜ਼ ਵੱਲੋਂ ਕਿ ਉਹ 1885 ਵਿੱਚ ਉਹਨਾਂ ਨੇ ਸਰੀਰ ਛੱਡਿਆ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਿਰਫ ਜਾਣਕਾਰੀ ਵਾਸਤੇ ਦੱਸਣ ਲੱਗਾ ਕਿ ਮਾਂਡਲੇ ਸਤਿਗੁਰੂ ਰਾਮ ਸਿੰਘ ਜੀ ਗਏ ਹੀ ਨਹੀਂ। ਉਹ ਰੰਗੂਨ ਗਏ ਨੇ, ਬਰਗੋਈ ਗਏ ਨੇ, ਤੇ ਪ੍ਰਮਾਣ ਤੇ ਭਾਵੇਂ ਬਹੁਤ ਸਾਰੇ ਨੇ। 1914 ਦੀ ਜਰਮਨ ਦੀ ਜੰਗ ਵਿੱਚ 2 ਆਦਮੀ, ਜਿਨ੍ਹਾਂ 'ਚ ਇੱਕ ਨਾਮਧਾਰੀ ਸੀ, ਇੱਕ ਗੈਰ ਨਾਮਧਾਰੀ ਸੀ, ਉਹਨਾਂ ਕੋਲ ਇੱਕ ਕੋਲ ਪ੍ਰਸ਼ਾਦੇ ਸਨ, ਇੱਕ ਕੋਲ ਦਾਲਾਂ ਸੀ, ਤੇ ਉਹ ਲਈ ਜਾ ਰਹੇ ਸਨ ਤੇ ਉਹ ਗ੍ਰਿਫਤਾਰ ਹੋ ਗਏ ਜਰਮਨਾਂ ਵੱਲੋਂ। ਉਹਨਾਂ ਨੇ ਦੱਸਿਆ ਕਿ ਜਿਹੜਾ ਉਹ ਗੈਰ ਨਾਮਧਾਰੀ ਸੀ ਨਾ, ਉਹ ਵੱਖਰਾ ਹੋ ਗਿਆ ਤੇ ਉਹ ਕੁਝ ਬੰਦਿਆਂ ਦੇ ਨਾਲ ਜਾ ਕੇ ਉਹਨੇ ਸਤਿਗੁਰੂ ਰਾਮ ਸਿੰਘ ਦੇ ਉੱਥੇ ਦਰਸ਼ਨ ਕੀਤੇ। ਤੇ ਉਹ ਜਿਹੜਾ
ਸਾਡਾ ਨਾਮਧਾਰੀ ਸੀ, ਉਹਦਾ ਨਾਂ ਤਾਂ ਮੈਨੂੰ ਯਾਦ, ਉਹ ਧੰਨਾ ਸਿੰਘ ਸੀ ਉਹਦਾ ਨਾਂ। ਪਿੰਡ ਹੰਸਰੋ ਹੈ ਜਿਹੜਾ ਜਲੰਧਰ ਵਿੱਚ, ਉੱਥੋਂ ਦਾ ਸੀ ਉਹ। ਉਹਨੇ ਆਖਿਆ ਵੀ ਮੈਂ ਰਹਿ ਗਿਆ, ਉਹ ਦਰਸ਼ਨ ਕਰ ਗਿਆ। ਇਹ ਤੇ ਉਹਨਾਂ ਦੀ ਰਜਾ ਹੈ, ਜਿਹਨੂੰ ਮਰਜ਼ੀ ਦਰਸ਼ਨ ਦੇ ਦੇਣ। ਦੂਸਰਾ ਜਿਹੜਾ ਅੰਗਰੇਜ਼ੀ ਰਿਕਾਰਡ ਹੈ, ਇੱਕ ਤੇ ਉਹਦੇ ਵਿੱਚ ਯਾਦ ਰੱਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਲਿਖਿਆ ਕਿ ਡਾਇਰੀਆ ਜਾਂ ਡਾਇਸੈਂਟਰੀ ਜਿਹੜੀਆਂ ਟੱਟੀਆਂ ਆਉਣ ਦੀ ਬਿਮਾਰੀ ਨਾਲ ਗੁਰੂ ਰਾਮ ਸਿੰਘ ਦਾ ਸਰੀਰ ਸ਼ਾਂਤ ਹੋਇਆ। ਉਹ ਸਾਲ ਰਿਕਾਰਡ ਕੱਢ ਕੇ ਵੇਖੋ, ਕੋਈ ਬੰਦਾ ਡਾਇਰੀਆ ਡਾਇਸੈਂਟਰੀ ਨਾਲ ਨਹੀਂ ਮਰਿਆ ਉੱਥੇ। ਇਸ ਤੋਂ ਇਲਾਵਾ ਉਹਨਾਂ ਨੇ 1885 ਦੱਸਿਆ ਇੱਕ ਸਰਕਾਰੀ ਚਿੱਠੀ ਜਿਹੜੀ 1886 ਦੀ ਹੈ, ਜਿਹਦੇ ਵਿੱਚ ਲਿਖਿਆ ਕਿ ਇਹਨਾਂ ਨੂੰ ਇੱਥੇ ਬੰਦੇ ਮਿਲਦੇ ਨੇ, ਇਹਨਾਂ ਨੂੰ ਕਿਸੇ ਹੋਰ ਰਿਮੋਟ ਦੇ ਉੱਤੇ ਭੇਜੋ ਤਾਂ ਕਿ ਉਹ ਸਾਰੇ ਮਿਲ ਨਾ ਸਕਣ। ਇਹ ਸਾਰਿਆਂ ਦੇ ਯਾਦ ਰੱਖਣ ਵਾਲੀ ਗੱਲ ਹੈ ਕਿ ਸਤਿਗੁਰੂ ਰਾਮ ਸਿੰਘ ਦਾ ਉੱਥੇ ਸਰੀਰ ਸ਼ਾਂਤ ਨਹੀਂ ਹੋਇਆ। ਸਾਡੇ ਯਕੀਨ ਅਨੁਸਾਰ ਸਤਿਗੁਰੂ ਰਾਮ ਸਿੰਘ ਨੇ ਵਾਪਸ ਆਉਣਾ ਉਸੇ ਸਰੀਰ ਦੇ ਵਿੱਚ। ਪਰ ਜਿਹੜਾ ਅੰਗਰੇਜ਼ੀ ਰਿਕਾਰਡ ਹੈ ਉਹਦੇ ਮੁਤਾਬਕ ਵੀ 1886 ਵਿੱਚ ਉਹ ਚਿੱਠੀ ਲਿਖਦੇ ਨੇ ਕਿ ਇਹਨਾਂ ਨੂੰ ਕਿਸੇ ਹੋਰ ਥਾਂ ਭੇਜੋ, ਇੱਥੇ ਇਹਨਾਂ ਨੂੰ ਬੰਦੇ ਮਿਲਦੇ ਨੇ। ਇੱਥੇ ਬਹੁਤ ਸਾਰੀਆਂ ਗੱਲਾਂ 'ਤੇ ਰੋਸ਼ਨੀ ਪਾਈ ਗਈ। ਯੋਗੀ ਜੀ ਤੇ ਜਦੋਂ ਵੀ ਕਿਤੇ ਮਿਲਦੇ ਸਨ ਨਾ, ਇਹ ਗੱਲ ਕਰਕੇ ਮਸਤਾਨੇ ਹੀ ਹੋ ਜਾਂਦੇ ਸਨ ਵੀ ਇੰਨੇ ਬੰਦੇ ਤੋਪਾਂ ਅੱਗੇ ਉੱਡ ਗਏ, ਤੇ ਇਹ ਇਤਿਹਾਸ ਵਿੱਚੋਂ ਨਹੀਂ ਲੱਭਦੀ ਗੱਲ। ਅੱਜ ਵੀ ਮੈਨੂੰ ਇਸ ਤਰ੍ਹਾਂ ਲੱਗਿਆ ਯੋਗੀ ਜੀ ਬੋਲਦੇ ਬੋਲਦੇ ਭਾਵੁਕ ਹੋ ਗਏ। ਤੇ ਉਹਨਾਂ ਦੇ ਅੰਦਰ ਜਿਹੜੀ ਨਾ ਉਹ ਸ਼ਹੀਦਾਂ ਵਾਲੀ ਗੱਲ ਬਹੁਤ ਘਰ ਘਰ ਹੀ ਬੈਠੀ ਹੈ। ਤੇ ਸ਼ਹੀਦ ਜਿਹੜੇ ਨੇ ਉਹਨਾਂ ਨੇ ਬਹੁਤ ਕੁਰਬਾਨੀ ਕੀਤੀ ਹੈ, ਪਰ ਜਿਹੜੀ ਉਹਨਾਂ ਦੇ ਅੰਦਰ ਲਗਨ ਲੱਗੀ ਉਹ ਸਤਿਗੁਰੂ ਰਾਮ ਸਿੰਘ ਨੇ ਲਾਈ। ਉਹ ਸ਼ਹੀਦਾਂ ਨੂੰ ਬਣਾਉਣ ਵਾਲੇ ਸਨ। ਇਹ ਦੱਸਦੇ ਸਨ ਉਸ ਵੇਲੇ ਦੇ ਸਿੱਖ ਕਿ ਜਿਹੜਾ ਸਿੱਖ ਸ਼ਹੀਦ ਹੁੰਦਾ ਸੀ ਨਾ, ਉਹਨੂੰ ਦਿਸਦਾ ਸੀ ਕਿ ਉਹ ਉੱਥੇ ਸਤਿਗੁਰੂ ਰਾਮ ਸਿੰਘ ਦਾ ਦਰਬਾਰ ਲੱਗਾ, ਜਿਹੜਾ ਸ਼ਹੀਦ ਹੁੰਦਾ ਉੱਥੇ ਪਹੁੰਚ ਜਾਂਦਾ। ਤੁਹਾਨੂੰ ਪਤਾ ਹੈ ਵੀ ਜਿਹਨੂੰ ਇੱਥੋਂ ਵਿਲਾਇਤ ਭੇਜ ਦਿੱਤਾ ਜਾਵੇ ਜਾਂ ਉਹਨੂੰ ਦੱਸਿਆ ਜਾਵੇ, ਦਿਸ ਪਵੇ ਕਿ ਮੇਰਾ ਪਾਸਪੋਰਟ ਬਣ ਜਾਣਾ, ਜੇ ਅਮਰੀਕਾ ਚਲਾ ਜਾਵੇ ਤਾਂ ਫਿਰ ਗੱਲ ਹੀ ਸਮਝਦਾ ਬੰਦਾ ਕੁਝ ਨਹੀਂ, ਉਹ ਹਿੰਦੁਸਤਾਨ ਨੂੰ ਕੁਝ ਨਹੀਂ ਸਮਝਦਾ। ਤੇ ਜਿਹੜੇ ਬੰਦੇ ਉੱਥੇ ਦਿਸਦੇ ਨੇ ਉੱਥੇ ਜਾਂਦੇ ਨੇ, ਉਹਨਾਂ ਨੂੰ ਕਿਸ ਗੱਲ ਦੀ ਪਰਵਾਹ ਰਹਿੰਦੀ ਹੈ, ਉਹ ਤਾਂ ਬੜੇ ਖੁਸ਼ੀ ਨਾਲ ਜਾਂਦੇ ਨੇ। ਤੋ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਵਿੱਚ ਇਹ ਗੱਲ, ਬਹੁਤ ਸਾਰੇ ਐਸੇ ਕੰਮ ਨੇ ਹਰ ਗੁਰੂ ਨੇ ਆਪਣੇ ਆਪਣੇ ਸਮੇਂ ਅਨੁਸਾਰ ਕੀਤੇ ਨੇ। ਗੁਰੂ ਨਾਨਕ ਤੋਂ ਲੱਗ ਕੇ ਅਸੀਂ ਤੇ ਮੰਨਦੇ ਹਾਂ ਕਿ ਸਤਿਯੁਗ ਤੋਂ ਗੁਰਬਾਣੀ ਅਨੁਸਾਰ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰਿਤਿ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜਾ ਭੈ ਭਗਤਾ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਉਹਨਾਂ ਯੁੱਗਾਂ ਵਿੱਚ ਇੱਕੋ ਇੱਕ ਗੁਰੂ ਰਹੇ ਨੇ, ਤੇ ਇਹਨਾਂ ਯੁੱਗਾਂ ਵਿੱਚ ਆ ਕੇ ਗੁਰੂ ਨਾਨਕ ਨੇ ਜੁਗਾ ਹੈ ਜੁਗੋ ਜੁਗ ਜੁਗਾ ਹੈ ਜੁਗੋ ਸਦ ਪੀੜ੍ਹੀ ਗੁਰੂ ਚਲੰਦੀ ਵਾਲਾ ਸਿਲਸਿਲਾ ਜਾਰੀ ਕਰਤਾ। ਉਹਨਾਂ ਦੀ ਰਜਾ ਹੈ, ਕਦੇ ਉਹ ਚਰਨਾਂ ਦੀ ਪਹੁੰਚ ਦਿੰਦੇ ਸਨ ਤੇ ਕਦੇ ਖੰਡੇ ਦੀ। ਇਹ ਉਹਨਾਂ ਦੀ ਰਜਾ ਹੈ, ਜਿਸ ਤਰ੍ਹਾਂ ਵੀ ਉਹ ਕਰ ਲੈਣ। ਸਿੱਖੀ ਆਪਣੇ ਆਪ ਨੂੰ ਸਿੱਖ ਅਖਵਾ ਲੈਣਾ ਜਾਂ ਆਖ ਲੈਣਾ ਵੀ ਬੜਾ, ਜੇ ਸੱਚੀ ਮੁੱਚੀ ਦਿਲ ਤੇ ਹੱਥ ਰੱਖ ਕੇ ਵੇਖੀਏ ਤੇ ਬੜਾ ਔਖਾ ਹੈ। ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਗੁਰਬਾਣੀ ਦੀਆਂ ਤੁਕਾਂ ਨੂੰ ਸਫਲ ਕੀਤਾ। ਜਿਹੜੇ ਕੋਈ ਲਿਖਿਆ ਹੁੰਦਾ ਨਾ ਕਿ ਇਹ ਪੁਰਜੇ ਇਕੱਠੇ ਕਰੋ ਤੇ ਜਹਾਜ਼ ਬਣ ਜਾਏਗਾ, ਉਹ ਪੁਰਜੇ ਇਕੱਠੇ ਜਿਹੜਾ ਕਰਦਾ ਉਹ ਜਹਾਜ਼ ਬਣਾ ਲੈਂਦਾ। ਸਤਿਗੁਰੂ ਰਾਮ ਸਿੰਘ ਨੇ ਉਹਨਾਂ ਤੁਕਾਂ ਨੂੰ ਸਫਲ ਕੀਤਾ। ਇਤਿਹਾਸ ਵਿੱਚੋਂ ਨਹੀਂ ਮਿਲਦਾ ਕਿਤੋਂ ਵੀ ਹੋਰ ਕਿ ਕਿਸੇ ਦਾ ਗੁਰੂ ਸਮੁੰਦਰੋਂ ਪਾਰ ਗਿਆ ਹੋਵੇ ਤੇ ਸਿੱਖ ਮਿਲਣ ਗਏ ਹੋਣ। ਜਿਹੜਾ ਲਿਖਿਆ ਨਾ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਕਿਸ ਤਰ੍ਹਾਂ ਲੰਘੇ, ਕਿੰਨੀਆਂ ਤਕਲੀਫਾਂ ਝੱਲੀਆਂ। ਲਾਲ ਸਿੰਘ ਕਮਲਾ ਅਕਾਲੀ ਨਾਮਧਾਰੀਆਂ ਤੋਂ ਬਾਹਰ ਦੇ ਲੋਕ ਵੀ ਬਹੁਤ ਸਾਰੇ ਜਾਣਦੇ ਨੇ ਉਹਨਾਂ ਦਾ ਨਾਂ। ਉਹਨਾਂ ਨੇ ਲਿਖਿਆ ਸੀ ਕਿ ਬਹੁਤ ਸਾਰੇ ਨਾਮਧਾਰੀਆਂ ਨੂੰ ਸਮੁੰਦਰਾਂ ਵਿੱਚ ਡੋਬ ਕੇ ਮਾਰਿਆ ਗਿਆ, ਪਰ ਉਹਨਾਂ ਨੇ ਇਹ ਤਕਲੀਫ ਨੂੰ ਤਕਲੀਫ ਸਮਝਿਆ ਹੀ ਨਹੀਂ। ਪਰ ਬੜੇ ਤਾਕਤ ਵਾਲੇ ਸਿੱਖ ਸਨ, ਇਹ ਨਹੀਂ ਵੀ ਐਵੇਂ ਸਨ। ਉਹ ਇੱਕ ਸਵਾਮੀ ਤਖਤ ਸਿੰਘ ਜੀ ਸਨ, ਗੁਜਰਪੁਰਾ ਪਿੰਡ ਗੜ੍ਹ ਸ਼ੰਕਰ ਦੇ ਕੋਲ, ਉੱਥੋਂ ਦੇ ਖੱਤਰੀਆਂ ਦੇ ਘਰ ਦਾ ਜਨਮ ਸੀ। ਉਹ ਜਾਂਦੇ ਨੇ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਕਰਨ ਵਾਸਤੇ। ਤੇ ਜਿਸ ਵੇਲੇ ਉਹ
ਫੜੇ ਗਏ, ਉਹ ਗੋਰਾ ਰਸ਼ੋ ਰੰਗ ਉਹਨਾਂ ਦਾ। ਬੰਗਾਲੀਆਂ ਨੂੰ ਵੀ ਸਿੱਖ ਸਜਾਇਆ ਉਹਨਾਂ ਨੇ। ਉਹਨਾਂ 'ਚੋਂ ਇੱਕ ਦਾ ਨਾਮ ਮੈਨੂੰ ਯਾਦ ਬਿਹਾਰੀ ਸਿੰਘ ਉਹਨਾਂ ਨੇ ਰੱਖਿਆ ਸੀ। ਅਤੇ ਉਹ ਜਿਸ ਵੇਲੇ ਉਹਨਾਂ ਨੂੰ ਹੱਥਕੜੀਆਂ ਲਾਉਣ, ਬੇੜੀਆਂ ਲਾਉਣ, ਉਹ ਲਾ ਕੇ ਰੱਖ ਦੇਣਾ ਇਸ ਤਰ੍ਹਾਂ। ਅਤੇ ਪੁਲਿਸ ਕਪਤਾਨ ਆਇਆ, ਉਹਨੇ ਆਖਿਆ ਸੁਣਿਆ ਤੂੰ ਉੱਡ ਜਾਂਦਾ। ਉਹਨੇ ਆਖਿਆ ਜੀ ਮੈਨੂੰ ਤਾਂ ਪਤਾ ਨਹੀਂ, ਜੋ ਸਗੁਰਾਂ ਦੀ ਜਾ ਹੁੰਦੀ ਉਸ ਮੁਤਾਬਕ ਹੁੰਦਾ। ਉਹ ਸਮਾਂ ਆਇਆ ਐਸਾ, ਉਹਦੇ ਸਾਹਮਣੇ ਉਹਨਾਂ ਨੇ ਹੱਥਕੜੀਆਂ ਅਤੇ ਬੇੜੀਆਂ ਦੋਵੇਂ ਲਾ ਕੇ ਰੱਖਤੀਆਂ ਅਤੇ ਤੁਰ ਗਏ। ਸਤਿਗੁਰੂ ਰਾਮ ਸਿੰਘ ਨੇ ਉੱਥੋਂ ਹੁਕਮ ਭੇਜਿਆ ਤਖਤ ਸਿੰਘ ਇਸ ਤਰ੍ਹਾਂ ਨਹੀਂ ਕਰਨਾ। ਫਿਰ ਆਪ ਕੈਦ ਹੋ ਕੇ ਪਿਸ਼ੌਰ ਵਿੱਚ 1.5 ਸਾਲ ਪੱਥਰ ਕੁੱਟੇ। ਇਹ ਤਾਕਤ ਬੜੀ ਹੱਥਕੜੀਆਂ ਬੇੜੀਆਂ ਲਾਉਣ ਵਾਲੀ, ਪਰ ਜੇ ਇਸ ਤਾਕਤ ਨੂੰ ਜਰਨਾ ਘਿਓ ਪੀ ਲੈਣਾ ਬੜਾ ਸੌਖਾ, ਪਰ ਪਹੁੰਚਾਉਣਾ ਬੜਾ ਔਖਾ। ਪਰ ਉਹਨਾਂ ਨੇ ਇਹ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਐਸੇ ਉਹਨਾਂ ਦੇ ਹਾਦਸੇ ਨੇ ਜਿਹੜੇ ਉਹਨਾਂ ਨੇ ਤੁਹਾਨੂੰ ਸਫਲ ਕੀਤਾ। ਜੇ ਸਮੁੰਦਰ ਸਾਗਰ ਹੋਇਆ ਬਹੁਤ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਤੋਂ ਬਿਨਾਂ ਹੋਰ ਮੈਂ ਤੁਹਾਨੂੰ ਦੱਸਦਾ, ਮੁਕਤਸਰ ਦੇ ਵਿੱਚ ਇੱਕ ਨਾਮਧਾਰੀ ਸਿੰਘ ਸੀ, ਇੱਕ ਨਿਹੰਗ ਸਿੰਘ। ਉਹਨਾਂ ਦਾ ਝਗੜਾ ਹੋ ਗਿਆ, ਲੜਾਈ ਹੋ ਗਈ। ਉਹ ਨਿਹੰਗ ਸਿੰਘ ਨੇ ਮਾਰਿਆ, ਉਹਦਾ ਸਿਰ ਪਾਟ ਗਿਆ ਨਾਮਧਾਰੀ ਸਿੰਘ ਦਾ। ਤੇ ਲੋਹਗੜ੍ਹ ਦਾ ਅਤਰ ਸਿੰਘ ਸੀ ਉਹ, ਜਿਹੜਾ ਨਾਮਧਾਰੀ ਸਿੱਖ ਸੀ। ਤੇ ਉਹ ਨਿਹੰਗ ਸਿੰਘ ਉੱਥੇ ਬਿਮਾਰੀ ਪੈ ਗਈ ਮੇਲੇ ਦੇ ਵਿੱਚ। ਉਹ ਜਿਹੜਾ ਨਿਹੰਗ ਸਿੰਘ ਸੀ ਨਾ, ਕੁਦਰਤੀ ਬਾਹਰ ਗਿਆ ਟੱਟੀ ਤੇ ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ। ਤੇ ਉਹ ਸਿੱਖ ਵੀ ਉੱਧਰ ਗਿਆ ਜਿਹਨੂੰ ਉਹਨੇ ਮਾਰਿਆ ਸੀ। ਉਹਨੇ ਵੇਖਿਆ ਵੀ ਕੋਈ ਬੰਦਾ ਬਿਮਾਰ ਹੈ, ਡਿੱਗਿਆ ਪਿਆ। ਉਹ ਚੁੱਕ ਕੇ ਉਹਨੂੰ ਆਪਣੇ ਘਰ ਲੈ ਆਇਆ। ਕਿਸੇ ਘਰ ਲਿਆਂਦਾ ਨਾ, ਤੇ ਉਹਦੀ ਮਲਮ ਪੱਟੀ ਕੀਤੀ, ਉਹਨੂੰ ਜਿਹੜਾ ਦਵਾਈ ਵਗੈਰਾ ਦਿੱਤੀ, ਤੇ ਉਹ ਠੀਕ ਹੋਇਆ। ਤੇ ਉਹਨੇ ਵੇਖਿਆ ਇਹ ਤੇ ਉਹ ਬੰਦਾ ਜਿਹਨੂੰ ਮੈਂ ਮਾਰਿਆ ਸੀ। ਉਹ ਡਰਿਆ। ਮੈਂ ਕਿਹਾ ਮੈਂ ਤੈਨੂੰ ਮਾਰਨ ਵਾਸਤੇ ਨਹੀਂ ਜਾਂਦਾ, ਮੈਂ ਤੇ ਬਿਲਕੁਲ ਫਿਕਰ ਨਾ ਕਰ, ਮੈਂ ਤੇਰੇ ਇਲਾਜ ਕਰਕੇ ਤੈਨੂੰ ਵਾਪਸ ਭੇਜ ਦੇਣਾ। ਤੇ ਉਹ ਆਂਦਾ ਹੈ ਤੂੰ ਕਿਹਦਾ ਸਿੱਖ? ਆਂਦਾ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਹਾਂ। ਇਸ ਤਰ੍ਹਾਂ ਵੀ ਬਣ ਜਾਂਦੇ ਨੇ ਸਿੱਖ, ਇਸ ਤਰ੍ਹਾਂ ਵੀ ਬਣਦੇ ਨੇ। ਉਹ ਫਿਰ ਨਾਮਧਾਰੀ ਸਿੱਖ ਬਣਿਆ। ਉਹਦੇ 'ਤੇ ਕੋਈ ਪ੍ਰਚਾਰ ਨਹੀਂ ਕੀਤਾ ਗਿਆ, ਕੋਈ ਤਸ਼ੱਦਦ ਨਹੀਂ ਕੀਤਾ ਗਿਆ। ਇਹ ਸੇਵਾ ਕਰਨ ਨਾਲ ਇੰਨਾ ਕੁਛ ਹੋਇਆ। ਬਾਣੀ ਵਿੱਚ ਤੁਹਾਂ ਲਿਖੀਆਂ ਨੇ, ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਆਕੋ ਲੈ ਸਵਾਰਿਓ, ਕਿਸੂ ਨਾ ਦੀਨੋ ਦੋਸ। ਜਿਹੜੀਆਂ ਤੁਹਾਂ ਲਿਖੀਆਂ ਨੇ, ਦੱਦਾ ਦੋਸ ਨਾ ਦੇਊ ਕਿਸਾ, ਉਹ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਪੂਰੀਆਂ ਕੀਤੀਆਂ ਉਹ ਚੀਜ਼ਾਂ ਜਿਹੜੀਆਂ ਨੇ। ਬਾਣੀ ਵਿੱਚ ਬੜਾ ਕੁਝ ਲਿਖਿਆ। ਸਵੇਰੇ ਪੜ੍ਹਦੇ ਹਾਂ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਰ ਕੇ ਉੱਠਣਾ। ਮੈਂ ਕਈ ਥਾਈਂ ਜਾਂਦਾ ਨਾ, ਸਿੱਖਾਂ ਦੇ ਸ਼ੀਸ਼ਿਆਂ ਦੇ ਮੇਜ਼ ਜਿਹੜੇ ਨੇ, ਉਹਨਾਂ ਦੇ ਥੱਲੇ ਇੱਕ ਸ਼ਬਦ ਲਿਖਿਆ ਪਿਆ ਹੁੰਦਾ। ਅਤੇ ਵਰਤਦਾ ਕਿੰਨਾ ਕਿ ਇਹ ਤਾਂ ਸਤਿਗੁਰੂ ਹੀ ਜਾਣਦਾ। ਮੈਂ ਇਹ ਅਰਜ਼ ਕਰਾਂਗਾ ਵੀ ਇਹ ਸਾਰਾ ਕੁਝ ਜਿਹੜਾ ਹੈ, ਸਿੱਖ ਅਖਵਾਉਣਾ ਬੜਾ ਔਖਾ ਹੈ, ਅਤੇ ਮੁਸਲਮਾਨ ਅਖਵਾਉਣਾ ਵੀ ਬੜਾ ਔਖਾ ਹੈ। ਲਿਖਿਆ ਕਿ ਮੁਸਲਮਾਨ ਕਹਾਵਣ ਮੁਸ਼ਕਿਲ, ਜੇ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮੁਸਲਮਾਨਾ ਮਾਨ ਮੁਸਾਵੈ, ਰੱਬ ਕੀ ਰਜਾਏ ਮੰਨੇ, ਸਿਰ ਉੱਪਰ ਕਰਤਾ ਮੰਨੇ, ਆਪ ਗੁਆਵੈ, ਕਹੋ ਨਾਨਕ ਸਰਬ ਜੀਆ ਮਿਹਰਮਤ, ਹੋਏ ਤਾਂ ਮੁਸਲਮਾਨ ਕਹਾਵੈ। ਤੇ ਇਹ ਫਾਰਮੂਲੇ ਲਿਖੇ ਨੇ, ਜੇ ਅਸੀਂ ਪੂਰੇ ਕਰ ਸਕੀਏ ਤੇ ਸਤਿਗੁਰੂ ਕਿਰਪਾ ਕਰੇ ਸਾਡੇ 'ਤੇ, ਅਸੀਂ ਉਸ ਤਰ੍ਹਾਂ ਦੇ ਬਣ ਸਕੀਏ, ਤਾਂ ਇਹਨਾਂ ਦਿਨਾਂ ਮਨਾਉਣ ਦਾ ਫਾਇਦਾ ਸਾਨੂੰ। ਜੌਹਰ ਸਾਹਿਬ ਨੇ ਸੜਕਾਂ ਦੇ ਟੋਇਆਂ ਬਾਰੇ ਜ਼ਿਕਰ ਕੀਤਾ ਵੀ ਜੋਗੀ ਸਾਹਿਬ ਨੂੰ ਦੱਸਿਆ ਜਿਸ ਤਰ੍ਹਾਂ। ਉਹ ਟੋਏ ਜਿਹੜੇ ਨੇ ਨਾ, ਉਹਨਾਂ 'ਚ ਸੋਚਣ ਵਾਲੇ ਦੀ ਵੱਖਰੀ ਵੱਖਰੀ ਸੋਚ ਹੈ। ਕੁਝ ਬੰਦੇ ਤਾਂ ਸੋਚਣਗੇ ਵੀ ਜੇ ਟੋਏ ਨੇ ਨਾ, ਉਹਨਾਂ 'ਚ ਕੋਈ ਡਿੱਗੇਗਾ, ਉਹਨੂੰ ਸਰਵਾਈਕਲ ਹੋ ਜਾਏਗਾ ਜਾਂ ਉਹਦੀ ਲੱਤ ਟੁੱਟ ਜਾਏਗੀ, ਅਤੇ ਜੇ ਡਾਕਟਰ ਸੋਚੇਗਾ ਮੇਰਾ ਕੰਮ ਬਣ ਗਿਆ। ਅਤੇ ਜੇ ਇਸੇ ਤਰ੍ਹਾਂ ਹੀ ਸਰਕਾਰੀ ਅਦਾਰਾ, ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਨੇ। ਮੈਂ ਇੱਕ ਵਾਰ ਚੰਡੀਗੜ੍ਹ ਗਿਆ, ਗਿਆਨੀ ਜੈਲ ਸਿੰਘ ਹੋਰੀ ਉੱਥੇ ਆਏ ਸਨ, ਅਤੇ ਜਿਹੜੇ ਡੰਗਰਾਂ ਦੇ ਡਾਕਟਰ ਨੇ, ਉਹਨਾਂ ਦੀ ਕੋਈ ਮੀਟਿੰਗ ਸੀ ਉੱਥੇ। ਗਿਆਨੀ ਜੈਲ ਸਿੰਘ ਹੋਰਾਂ ਆਖਿਆ ਸਾਡਾ ਸਭ ਤੋਂ ਚੰਗਾ ਤੇਜ਼ ਸੋਚਣ ਵਾਲਾ ਜਿਹੜਾ ਦਿਮਾਗ ਹੈ ਨਾ, ਉਹ ਵਕੀਲ ਨੇ। ਵਕੀਲ ਕੀ ਸੋਚਦਾ, ਕਿਸੇ ਲੜਾਈ ਹੋਏਗੀ ਕੋਈ ਬੰਦਾ ਮਰ ਜਾਏਗਾ, ਮੈਨੂੰ ਫੀਸ ਮਿਲੇਗੀ। ਇਹ ਗਲਤ ਸੋਚਣੀਆਂ ਜਿਹੜੀਆਂ ਨੇ। ਤਾਂ ਫਿਰ ਕਹਿੰਦੇ ਟੋਏ ਨੇ, ਇੱਕ ਐਸੀ ਜਗ੍ਹਾ ਹੈ ਜਿਹੜੇ ਟੋਏ ਤੇ ਨਹੀਂ ਹੈਗੇ, ਪੱਧਰਾ ਥਾਂ ਪਿਆ, ਉਹਦੇ 'ਚ ਆਦਮੀ ਜਾਂਦਾ। ਉਹ ਇੱਕ ਐਸੀ ਜਿੱਲਣ ਹੈ, ਇੱਕ ਲੱਤ ਕੱਢਦਾ ਦੂਸਰੀ ਫਸ ਜਾਂਦੀ, ਦੂਸਰੀ ਕੱਢਦਾ ਤੀਸਰੀ ਫਸ ਜਾਂਦੀ। ਤੁਸੀਂ ਅਖਬਾਰਾਂ 'ਚ ਸਾਰਾ ਕੁਝ ਪੜ੍ਹਦੇ ਹੀ ਹੋ।
ਵੀ ਇਹ ਟੋਏ ਤੇ ਭਰ ਜਾਣਗੇ। ਜਿਹੜੇ ਅੰਦਰ ਸਾਡੇ ਟੋਏ ਨੇ ਨਾ, ਉਹ ਮਾਇਆ ਵਾਸਤੇ ਉਹ ਨਹੀਂ ਭਰਦੇ। ਗੁਰੂ ਕਿਰਪਾ ਕਰੇ ਸਾਡੇ ਤੇ ਸਾਡੇ ਅੰਦਰ ਧਰਮ ਦੀ ਕਣੀ ਆਵੇ। ਜਿੰਨਾ ਚਿਰ ਧਰਮ ਸਾਡੇ ਅੰਦਰ ਨਹੀਂ ਵੱਸਦਾ, ਉਹ ਉਹਨਾਂ ਚਿਰ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਹਟਦੇ। ਇਹਦਾ ਡਰ ਸਾਨੂੰ ਹੋਣਾ ਚਾਹੀਦਾ ਕਿ ਸਾਡੇ ਸਤਿਗੁਰੂ ਦਾ ਕੀ ਹੁਕਮ ਹੈ, ਸਾਡੇ ਭਗਵਾਨ ਕ੍ਰਿਸ਼ਨ ਦਾ ਕੀ ਹੁਕਮ ਹੈ, ਭਗਵਾਨ ਰਾਮ ਦਾ ਕੀ ਹੁਕਮ ਹੈ, ਉਹਦੇ 'ਤੇ ਅਸੀਂ ਚੱਲੀਏ ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਕੀਤਾ, ਇਹ ਹੋਇਆ। ਅਰ ਤੇ ਇਹ ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਕੀਤਾ, ਸਾਡੇ ਮਨ 'ਚ ਵੀ ਸਤਿਗੁਰੂ ਵਸਣ। ਅਤੇ ਸਾਡਾ, ਮੈਂ ਅੱਗੇ ਇੱਥੇ ਨੇ ਜ਼ਿਕਰ ਕੀਤਾ ਸੀ ਬਾਬਾ ਸੋਹਣ ਸਿੰਘ ਭਕਨਾ, ਉਹ ਵੀ ਨਾਮਧਾਰੀ ਹੋਏ ਨੇ। ਫਿਰ ਉਹ ਕਾਮਰੇਡਾਂ 'ਚ ਚਲੇ ਗਏ। ਮੇਰੇ ਕੋਲ ਉਹਨਾਂ ਦੀ ਪੌਣੇ 2 ਘੰਟੇ ਦੀ ਟੇਪ ਅਖੀਰਲੇ ਦਿਨਾਂ 'ਚ ਮੈਂ ਉਹਨਾਂ ਦੇ ਕੋਲ ਗਿਆ। ਬਾਹਰ ਛੋਟਾ ਜਿਹਾ ਕੋਠਾ ਸੀ। ਕਹਿਣ ਲੱਗੇ ਵੀ ਮੈਨੂੰ ਨਾ ਪ੍ਰਤਾਪ ਸਿੰਘ ਦਾ ਸੁਨੇਹਾ ਆਇਆ ਸੀ ਕਿ ਕੋਈ ਬੰਦਾ ਭਗਵਾਨ ਸਿੰਘ ਸੀ ਇੱਕ ਇਹਨਾਂ 'ਚੋਂ, ਗਦਰੀ ਬਾਬਿਆਂ 'ਚੋਂ, ਉਹਨੇ ਆਖਿਆ ਵੀ ਮੈਂ ਤੈਨੂੰ ਨਾਲ ਲੈ ਚੱਲਣਾ ਉੱਥੇ। ਕਹਿੰਦਾ ਮੈਂ ਨਹੀਂ ਜਾਣਾ ਉੱਥੇ। ਫਿਰ ਉਹਨਾਂ ਨੂੰ ਰੂਸ 'ਚੋਂ ਸੁਨੇਹਾ ਆਇਆ ਵੀ ਤੇਰਾ ਇਲਾਜ ਕਰਦੇ ਹਾਂ ਤੇ ਸੱਦ ਕੇ। ਮੈਂ ਕਿਹਾ ਮੈਂ ਨਹੀਂ ਜਾਣਾ ਉੱਥੇ, ਮੇਰੇ ਨਾਲੋਂ ਗਰੀਬ, ਮੇਰੇ ਨਾਲੋਂ ਬਹੁਤ ਬਿਮਾਰ ਮੇਰੇ ਦੇਸ਼ ਵਿੱਚ ਨੇ, ਮੈਂ ਉਹਨਾਂ ਨੂੰ ਛੱਡ ਕੇ ਕਿਵੇਂ ਜਾਵਾਂ। ਕਹਿੰਦਾ ਮੈਂ ਇੱਥੇ ਕਰ ਨਹੀਂ ਕੁਛ ਸਕਦਾ, ਪਰ ਜਿਹੜੇ ਇੱਥੇ ਗਰੀਬ ਆ ਕੇ ਸਿੱਟੀਆਂ ਡੁੰਗ ਕੇ ਆਪਣਾ ਗੁਜ਼ਾਰਾ ਕਰਦੇ ਨੇ, ਮੈਂ ਉਹਨਾਂ ਨੂੰ ਵੇਖ ਕੇ ਔਖਾ ਤੇ ਹੋ ਲੈਣਾ। ਉਹਨਾਂ ਨੇ ਆਖਿਆ ਸੀ ਕਿ ਜਿਹੜੀ ਆਜ਼ਾਦੀ ਸਤਿਗੁਰੂ ਰਾਮ ਸਿੰਘ ਨੇ ਦਵਾਈ ਸੀ, ਜਿਹਦੇ 'ਚ ਲਾਲਚ ਨਹੀਂ ਸੀ, ਲੋਭ ਨਹੀਂ ਸੀ, ਕਿਸੇ ਨਾਲ ਇਹ ਠੱਗੀ ਕਰਨ ਵਾਲੀ ਗੱਲ ਨਹੀਂ ਸੀ। ਆਜ਼ਾਦੀ ਉਹ ਹੈ, ਜਿੰਨਾ ਚਿਰ ਉਹ ਨਹੀਂ ਆਉਂਦੀ ਸਾਡਾ ਦੇਸ਼ ਆਜ਼ਾਦੀ ਮਾਣ ਨਹੀਂ ਸਕਦਾ ਚੰਗੀ ਤਰ੍ਹਾਂ। ਮੈਂ ਇੱਕ ਗੱਲ ਹੋਰ ਵੀ ਕਰਨੀ ਚਾਹੁੰਦਾ ਕਿ ਇਹ ਸਿਰਫ ਮੈਂ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ, ਮੈਂ ਕਿਸੇ ਵਾਸਤੇ ਨਹੀਂ ਕਰਦਾ। ਮੈਂ ਸਤਿਗੁਰਾਂ ਦੀ ਜਿਸ ਤਰ੍ਹਾਂ ਦਾ ਸਾਡੀ ਪ੍ਰਥਾ ਚੱਲਦੀ, ਮੈਂ ਕਾਂਗਰਸ ਦਾ ਪੱਕਾ ਸਾਥੀ ਹਾਂ ਅਤੇ ਉਹਨਾਂ ਨਾਲ ਪੂਰਾ ਸਮਰਥਨ ਦਿੰਦਾ। ਜਿਸ ਵੇਲੇ ਬਾਦਲ ਸਾਹਿਬ ਦੀ ਮੇਰੇ ਖਿਆਲ 1972 ਵਿੱਚ ਚੀਫ ਮਿਨਿਸਟਰ ਬਣੇ ਨੇ ਬਾਦਲ ਸਾਹਿਬ, 71 ਵਿੱਚ, ਅਤੇ ਅਨੰਦਪੁਰ ਸਾਹਿਬ ਹੋਲਾ ਸੀ, ਉੱਥੇ ਆਏ ਸਨ। ਇਹਨਾਂ ਨੇ ਆਖਿਆ ਵੀ ਅੰਮ੍ਰਿਤਸਰ ਵਾਲੀ ਜਗ੍ਹਾ ਤੁਹਾਨੂੰ ਦਿੱਤੀ, ਨਾਲ ਮੈਂ 1 ਲੱਖ ਰੁਪਈਆ ਦਿੰਦਾ। ਮੈਂ ਕਿਹਾ ਜੀ 1 ਲੱਖ ਰੁਪਈਆ ਤੁਸੀਂ ਰਹਿਣ ਦਿਓ, ਸਾਨੂੰ ਜਗ੍ਹਾ ਦੇ ਦਿਓ, ਸਾਨੂੰ ਇੰਨਾ ਹੀ ਬੜਾ। ਸੋ ਐਸੀ ਰਜਾ ਸਤਿਗੁਰਾਂ ਦੀ ਵਰਤੀ। ਉਸ ਤੋਂ ਬਾਅਦ ਕੀ ਹੁੰਦਾ, ਨਹੀਂ, ਪ੍ਰੈਜ਼ੀਡੈਂਟ ਰੂਲ ਲਾਗੂ ਹੋ ਗਿਆ। ਪ੍ਰੈਜ਼ੀਡੈਂਟ ਰੂਲ ਲਾਗੂ ਹੋ ਗਿਆ। ਉਹਨਾਂ ਨੇ ਜਿੰਨੇ ਉਹਨਾਂ ਨੇ ਆਰਡਰ ਕੀਤੇ ਸੀ ਨਾ, ਸਾਰੇ ਕੁਐਸ਼ ਕਰ ਦਿੱਤੇ, ਖਤਮ ਕਰ ਦਿੱਤੇ, ਅਤੇ ਵਿੱਚ ਇਹ ਵੀ ਅੰਮ੍ਰਿਤਸਰ ਵਾਲਾ ਰੱਖ ਦਿੱਤਾ ਗਾ। ਇਹ ਸਾਡੇ ਮੈਂ ਕਾਂਗਰਸ ਦਾ ਸਾਥੀ ਹਾਂ। ਅਤੇ ਇੱਧਰ ਬਾਦਲ ਸਾਹਿਬ ਨੇ ਇਹਦੇ ਉਲਟੇ ਕੀਤਾ ਵੀ ਜੋ ਕੁਛ ਬੇਅੰਤ ਸਿੰਘ ਨੇ ਕਰ ਦਿੱਤਾ ਹੈ, ਪੂਰੀ ਸਾਰੀ ਚੀਜ਼ ਉਹ ਦਿੱਤੀ ਜਾਏਗੀ। ਇੰਨਾ ਫਰਕ ਹੈ ਬਾਦਲ ਟੌੜਾ ਦੀ ਮਿਨਿਸਟਰੀ ਅਤੇ ਕਾਂਗਰਸ ਦੀ ਮਿਨਿਸਟਰੀ 'ਚ। ਟੌੜਾ ਸਾਹਿਬ ਨਾ ਤਾਂ ਮਿਨਿਸਟਰ ਨੇ, ਨਾ ਇਹ ਕੋਈ IAS ਨੇ, ਪਰ ਇਹ ਇੱਕ ਧੁਰਾ ਨੇ ਜਿਹਦੇ ਬਿਨਾਂ ਇੱਥੇ ਸਰਕਾਰ ਨਹੀਂ ਚੱਲ ਸਕਦੀ। ਜਾਂ ਇਹ ਸਮਝ ਲਓ ਵੀ ਸਿੱਖਾਂ ਦੀ ਸੰਸਥਾ ਵਾਸਤੇ ਵੀ ਬਹੁਤ ਵੱਡੀ ਅਗਵਾਈ ਕਰਦੇ ਨੇ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਕਦੇ ਕਦੇ ਭੈਣੀ ਸਾਹਿਬ ਆ ਕੇ ਦਰਸ਼ਨ ਦਿੰਦੇ ਨੇ। ਮੈਨੂੰ ਇਹਨਾਂ ਨੇ ਇੱਕ ਵਾਰ ਆਖਿਆ, ਕੋਈ ਵੋਟਾਂ ਦਾ ਸਿਲਸਿਲਾ ਸੀ, ਮੈਂ ਕਿਹਾ ਮੈਂ ਮਜਬੂਰ ਹਾਂ, ਮੈਂ ਕਾਂਗਰਸ ਨਾਲ ਹਾਂ। ਇਹਨਾਂ ਨੇ ਕੋਈ ਗੁੱਸਾ ਗਿਲਾ ਨਹੀਂ ਕੀਤਾ। ਇਹ ਵੀ ਗੱਲਾਂ ਜਿਹੜੀਆਂ ਨੇ ਮੇਰੇ ਮਨ 'ਤੇ ਪੂਰੀਆਂ ਅਸਰ ਰੱਖਦੀਆਂ ਨੇ। ਸਾਡੇ ਕਾਂਗਰਸ ਵਾਲੇ ਜਿਹੜੇ ਨੇ ਨਾ, ਉਹ ਆਪਸ 'ਚ ਉਹ ਕਰਦੇ ਨੇ ਅਤੇ ਉਹਨਾਂ ਨੇ ਨਾ ਗੱਲ ਕਰੀ ਤਾਂ ਗੁੱਸੇ ਹੋ ਜਾਂਦੇ ਨੇ ਸਾਡੇ ਨਾਲ ਕਈ ਵਾਰ, ਪਰ ਇਹ ਨਹੀਂ ਗੁੱਸੇ ਹੋਏ ਸਾਡੇ ਨਾਲ। ਇਹ ਬਹੁਤ ਵੱਡੀ ਗੱਲ ਹੈ ਇਹਨਾਂ ਦੀ। ਮੈਂ ਇਹ ਅਰਜ਼ ਕਰਾਂਗਾ ਵੀ ਯੋਗੀ ਜੀ ਜਿਸ ਤਰ੍ਹਾਂ ਬੜਾ ਜ਼ੋਰ ਲਾ ਕੇ ਲੱਗੇ ਨੇ ਇਸ ਗੱਲ ਨੂੰ ਵੀ ਕਿਸੇ ਤਰ੍ਹਾਂ ਸਾਰੇ ਇਕੱਠੇ ਹੋ ਜਾਣ। ਜੇ ਸਾਰੇ ਇਕੱਠੇ ਹੋਏ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਹਿਬ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ। ਮੇਰੇ ਕੋਲ 1959 ਦੀ ਗਿਆਨੀ ਕਰਤਾਰ ਸਿੰਘ ਉਹਨਾਂ ਦੀ ਸਤਿਗੁਰਾਂ ਦੇ ਭੋਗ 'ਤੇ ਆਇਆ ਦੀ ਇੱਕ ਕੈਸਟ ਹੈਗੀ, ਰਿਕਾਰਡ ਹੋਈ। ਬੜਾ ਉਹਨਾਂ ਨੇ ਆਖਿਆ ਵੀ ਜਿਹੜੇ ਆਦਮੀ ਧਰਮ ਨੂੰ ਮੰਨਦੇ ਨੇ ਨਾ, ਹੋਰ ਕਿਸੇ ਵੀ ਗੱਲ 'ਤੇ ਫੈਸਲਾ ਕਰ ਲੈਣਗੇ, ਪਰ ਜਿਸ ਵੇਲੇ ਉਹਨਾਂ ਦੇ ਧਰਮ ਦੀ ਗੱਲ ਆਏਗੀ ਨਾ, ਉਹ ਉੱਥੇ ਨਹੀਂ ਫੈਸਲਾ ਕਰਦੇ ਕਦੇ ਵੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ 1934 ਵਿੱਚ ਇਕੱਠੇ ਕੀਤਾ। ਜਦੋਂ ਇਕੱਠੇ ਕੀਤਾ ਅਤੇ ਦੂਜੇ ਸਿੱਖ ਭਾਈਚਾਰੇ ਨੇ ਆਖਿਆ ਵੀ ਅਸੀਂ ਤਾਂ ਜਾਣਾ
ਜੇ ਉੱਥੇ 10 ਗੁਰੂਆਂ ਦੀ ਅਰਦਾਸ ਹੋਣੀ। ਗਿਆਨੀ ਜੀ ਨੇ ਬੜੇ ਸੋਹਣੇ ਸ਼ਬਦਾਂ 'ਚ ਆਖਿਆ, ਮੈਂ ਉਹਦੇ ਸੋਹਣੇ ਸ਼ਬਦਾਂ ਨਹੀਂ ਆਖ ਸਕਦਾ। ਤੇ ਉਹਨਾਂ ਨੇ ਸਮਝਿਆ ਵੀ ਇਹ ਇੱਕ ਬੜਾ ਵੱਡਾ ਢਿੱਕਾ ਹੈ ਤੇ ਇਹ ਨਹੀਂ ਕਰ ਸਕਣਗੇ ਤੇ ਗੱਲ ਫੇਲ ਹੋ ਜਾਏਗੀ। ਸਤਿਗੁਰਾਂ ਨੇ ਆਖਿਆ ਤੁਸੀਂ ਆਪਣੇ ਇੱਕ ਦੀ ਕਰ ਲਓ, ਸਾਨੂੰ ਤਾਂ ਤੁਸੀਂ ਇਕੱਠੇ ਹੋ ਜਾਓ ਕਿਸੇ ਤਰ੍ਹਾਂ, ਆਪਣੀ ਅਰਦਾਸ 10 ਦੀ ਕਰੋ, ਆ ਕੇ ਗ੍ਰੰਥ ਸਾਹਿਬ ਨੂੰ ਗੁਰੂ ਆਖੋ, ਪ੍ਰਕਾਸ਼ ਕਰੋ, ਉੱਥੇ ਸਾਰਾ ਕੁਝ ਕਰੋ, ਪਰ ਇਕੱਠੇ ਹੋ ਜਾਓ ਕਿਸੇ ਤਰ੍ਹਾਂ। ਅਰ ਕੀਤਾ। ਮੈਨੂੰ ਭਾਈ ਹਰਦਮਨ ਸਿੰਘ ਜੀ ਦੇ ਲੜਕੇ ਧਨਪਤ ਸਿੰਘ ਨਾਂ ਸੀ ਉਹਨਾਂ ਦਾ, ਹਰੀਧਨ ਸਿੰਘ ਜੀ, ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਉੱਥੇ ਸਾਂ ਉਸ ਵੇਲੇ। ਤੇ ਸਵੇਰ ਦਾ ਜਿਹੜੀ ਆਸਰੀ ਵਾਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਾਡੇ ਨਾਮਧਾਰੀ ਘਰੇ ਮੁਤਾਬਕ ਲੱਗਦੀ ਸੀ। ਸ਼ਾਮ ਦਾ ਦੀਵਾਨ ਸਾਰਾ ਸਾਡੇ ਮਤਲਬ ਅਕਾਲੀਆਂ ਦੇ ਮੁਤਾਬਕ ਜਾਂ ਗ੍ਰੰਥ ਸਾਹਿਬ ਗੁਰੂ ਮੰਨਣ ਵਾਲਿਆਂ ਦੇ ਮੁਤਾਬਕ ਲੱਗਦਾ ਸੀ। ਤੇ ਭਾਈ ਸਾਹਿਬ ਅਰਜਨ ਸਿੰਘ ਜੀ ਬਾਗੜੀਆਂ ਵਾਲੇ ਤਾਬਿਆ ਬੈਠਦੇ ਸਨ, ਉਹੀ ਅਰਦਾਸ ਕਰਦੇ ਸਨ। ਤੇ ਪਰ ਸਤਿਗੁਰਾਂ ਦਾ ਇੰਨਾ ਪ੍ਰਤਾਪ ਸੀ, ਸਤਿਗੁਰਾਂ ਨੇ ਆਖਿਆ ਵੀ ਆਸਾ ਦੀ ਵਾਰ ਸਾਰੇ 4 ਵਜੇ ਆਓ ਤੜਕੇ ਉੱਠ ਕੇ, ਇਸ਼ਨਾਨ ਸਣੇ ਕੇਸੀ ਕਰਕੇ। ਮਾਸਟਰ ਤਾਰਾ ਸਿੰਘ ਜੀ, ਭਾਈ ਮੋਹਨ ਸਿੰਘ ਜੀ ਵੈਦ, ਤੇਜਾ ਸਿੰਘ ਜੀ ਪੁੱਚਰ, ਮੈਨੂੰ ਸਾਰਿਆਂ ਦੇ ਨਾਂ ਨਹੀਂ ਯਾਦ, ਗਿਆਨੀ ਕਰਤਾਰ ਸਿੰਘ, ਸਾਰੇ ਨਾ ਸਣੇ ਕੇਸੀ ਇਸ਼ਨਾਨ ਕਰਕੇ 4 ਵਜੇ ਸਵੇਰੇ ਉੱਥੇ ਆਉਂਦੇ ਸਨ। ਤੇ ਉਹਨਾਂ ਨੇ ਭਾਈ ਸਾਹਿਬ ਨੇ ਦੱਸਿਆ ਕਿ ਸਵੇਰੇ ਨਾ ਆਦਿ ਨਹੀਂ ਸਨ ਉੱਠਣ ਦੇ, ਨੀਂਦ ਆਉਣ ਲੱਗ ਪਈ ਸਾਰਿਆਂ ਨੂੰ। ਫਿਰ ਸਤਿਗੁਰਾਂ ਨੇ ਸ਼ਬਦ ਪੜ੍ਹਿਆ, ਜਗਾਇਆ ਸ਼ਬਦ ਪੜ੍ਹ ਕੇ, ਸ਼ਾਮ ਸੁੰਦਰ ਤਾਜ ਨੀਂਦ ਕਿਉਂ ਆਈ। ਤੇ ਉਹਨਾਂ ਨੂੰ ਜਾਗ ਆ ਗਈ ਸਾਰਿਆਂ ਨੂੰ। ਤੇ ਮੇਰਾ ਸਿਰਫ ਕਹਿਣ ਦਾ ਮਤਲਬ ਹੈ ਵੀ ਯੋਗੀ ਜਿਹੜਾ ਕੰਮ ਕਰ ਰਹੇ ਨਾ, ਉਹਦੇ ਵਿੱਚ ਸਾਡੀ ਅਗਵਾਈ ਤਾਂ ਨਹੀਂ ਜਾਪਦੀ, ਪਰ ਅਸੀਂ ਸਾਥ ਦਈਏ ਉਹਨਾਂ ਦਾ, ਸਾਰੇ ਇਕੱਠੇ ਹੋ ਜਾਈਏ। ਇਕੱਠੇ ਹੋ ਕੇ ਆਪਣੇ ਵਿਤਕਰੇ ਭੁਲਾ ਕੇ, ਸਤਿਗੁਰੂ ਪ੍ਰਤਾਪ ਸਿੰਘ ਦੀ ਮੈਂ ਕਰਨ ਲੱਗਾ ਗੱਲ, ਸਤਿਗੁਰਾਂ ਨੇ ਆਖਿਆ ਜੇ ਸਿੱਖ ਸਾਰੇ ਇਕੱਠੇ ਹੋ ਜਾਣ ਤੇ ਇਹਨਾਂ ਨੂੰ ਛੇੜਨ ਵਾਲਾ ਕੌਣ ਹੈ? ਕੋਈ ਛੇੜਨ ਵਾਲਾ ਨਹੀਂ ਹੈ। ਔਰ ਸਤਿਗੁਰਾਂ ਨੇ ਉਪਰਾਲਾ ਕੀਤਾ, ਉਹ ਉਸ ਵੇਲੇ ਕਿਰਪਾ ਕਰਕੇ ਸਾਰਿਆਂ ਨੂੰ ਇਕੱਠੇ ਕੀਤਾ। ਮੈਂ ਯੋਗੀ ਜੀ ਦਾ, ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਆ ਕੇ ਇੱਥੇ ਇੰਨਾ ਸਮਾਂ ਦਿੱਤਾ ਤੇ ਸਾਨੂੰ ਬੜਾ ਬਲ ਮਿਲਦਾ ਇਸ ਗੱਲ ਦਾ ਕਿ ਇਹ ਆ ਕੇ ਸਾਡੀ ਇਹਨਾਂ ਗੱਲਾਂ ਵਿੱਚ ਮਦਦ ਕਰਦੇ ਨੇ, ਸਾਡਾ ਸਾਥ ਦਿੰਦੇ ਨੇ। ਮੈਂ ਇਹਨਾਂ ਹੀ ਸ਼ਬਦਾਂ ਨਾਲ ਆਪ ਨੂੰ ਅੱਗੇ ਲਵਾਂਗਾ। ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਮੈਨੂੰ ਇਸ ਤਰ੍ਹਾਂ ਜਾਪਿਆ ਵੀ ਇਸ ਵਾਰਾਂ ਜਿੰਨਾ ਉਦਮ ਕਰਕੇ ਸਾਧ ਸੰਗਤ ਨੇ ਪ੍ਰਕਾਸ਼ ਦਿਨ ਵਾਸਤੇ ਚਾਰੇ ਕੀਤੇ ਨੇ ਵੱਖ-ਵੱਖ ਥਾਵਾਂ ਵਿੱਚ। ਸ਼ਾਇਦ ਇਹ ਨੇੜੇ ਦੇ ਪਹਿਲੇ ਸਾਲਾਂ ਵਿੱਚ ਨਹੀਂ ਮੈਨੂੰ ਪਤਾ ਵੀ ਕਿਤੇ ਅਸੀਂ ਕਰ ਸਕੇ ਹੋਈਏ। ਇਹ ਬਹੁਤ ਵਧੀਆ ਉਦਮ ਹੈ। ਜਿਹੜਾ ਸਤਿਗੁਰਾਂ ਨੂੰ ਯਾਦ ਕਰਨਾ, ਥੋੜ੍ਹਾ ਜਿਹਾ ਹੋਰ ਵੀ ਸਤਿਗੁਰੂ ਕਿਰਪਾ ਕਰਨ ਸਾਡੇ ਵਿੱਚ ਇਹ ਉਦਮ ਆਵੇ ਕਿ ਸਤਿਗੁਰਾਂ ਦੇ ਹੁਕਮਾਂ 'ਤੇ ਅਸੀਂ ਚੱਲ ਸਕੀਏ। ਇੱਕ ਤੇ ਇਹ ਜਿਹੜਾ ਮਾਈਕ ਨੇ ਨਾਮਧਾਰੀ ਹੋ, ਸਾਰੇ ਅੱਖਰ ਪੜ੍ਹੇ ਹੋਏ ਹੋਣੇ ਚਾਹੀਦੇ ਨੇ, ਗੁਰਮੁਖੀ ਅੱਖਰ, ਜਿਹੜੇ ਬਾਣੀ ਪੜ੍ਹ ਸਕਣ। ਜੇ ਬਾਣੀ ਪੜ੍ਹਾਂਗੇ ਤਾਂ ਉਸ ਤੋਂ ਬਾਅਦ ਹੀ ਉਸ ਦਾ ਭਾਵ ਸਾਡੇ ਮਨ 'ਤੇ ਵਸੇਗਾ। ਜੇ ਤੁਹਾਨੂੰ ਕੋਈ ਇਹ ਗੱਲਾਂ ਦਾ ਇਸ਼ਤਿਹਾਰ ਤੇ ਤੁਸੀਂ ਪੜ੍ਹਦੇ ਹੋ ਕਿ ਫਲਾਣੇ ਬਾਜ਼ਾਰ ਵਿੱਚ 2 ਪਲਾਟ ਤੁਸੀਂ ਲੈ ਲਓ 500 ਗਜ ਦੇ ਅਤੇ 6 ਮਹੀਨਿਆਂ 'ਚ ਤੁਹਾਡੇ ਦੂਣੇ ਪੈਸੇ ਹੋ ਜਾਣਗੇ, ਅਤੇ ਉਹ ਪਹਿਲਾਂ ਪੜ੍ਹਦੇ ਹੋ ਅਤੇ ਫਿਰ ਤੁਹਾਡੇ ਮਨ 'ਤੇ ਉਹ ਗੱਲ ਆਉਂਦੀ ਹੈ ਅਤੇ ਫਿਰ ਉਹਦਾ ਅਗਲਾ ਕਰਮ ਕਿਰਿਆ ਹੁੰਦਾ। ਰਹਿਣ ਦੇ ਕੁਛ ਨਾ ਪੜ੍ਹਾਂਗੇ, ਸਤਿਗੁਰਾਂ ਦੇ ਹੁਕਮ ਪੜ੍ਹਾਂਗੇ, ਫਿਰ ਸਾਡੇ ਮਨ 'ਤੇ ਕੁਝ ਨਾ ਕੋਈ ਅਸਰ ਹੋਏਗਾ। ਤੁਸੀਂ ਧਿਆਨ ਕਰੋ ਚੰਗੀ ਤਰ੍ਹਾਂ ਵੀ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਨਾ, ਉੱਥੇ ਅਰਦਾਸ ਸੁਣੀ ਜਾਂਦੀ ਹੈ। ਭਾਵੇਂ ਉਹਨੇ ਡਾਕਟਰੀ ਪਾਸ ਕੀਤੀ ਹੋਵੇ, ਭਾਵੇਂ ਵਕਾਲਤ ਪਾਸ ਕੀਤੀ ਹੋਵੇ, ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ, ਅਤੇ ਜੇ ਉਸ ਨਾਮਧਾਰੀ ਨੂੰ ਅਰਦਾਸ ਨਹੀਂ ਆਉਂਦੀ ਤਾਂ ਉਹਦਾ ਕੱਖ ਨਹੀਂ ਬਣਦਾ। ਜਿਹਦੇ ਆਪਣੇ ਪੈਰ ਹੀ ਹੈ ਨਹੀਂ,
ਉਹਨੇ ਤੁਰਨਾ ਕਿੱਥੋਂ ਹੈ? ਇਹ ਬਹੁਤ ਜ਼ਰੂਰੀ ਗੱਲ ਹੈ ਕਿ ਹਰ ਨਾਮਧਾਰੀ ਦੇ ਬੱਚੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਰਾਗ ਦੀ ਸਮਝ ਆਵੇ। ਬਾਣੀ ਸਾਰੀ ਰਾਗਾਂ ਵਿੱਚ ਬਹੁਤੀ ਉਚਾਰਨ ਕੀਤੀ ਸਤਿਗੁਰਾਂ ਨੇ। ਤੇ ਕਿੰਨੇ ਇੱਕ ਸਿੱਖ ਨੇ ਜਿਨ੍ਹਾਂ ਨੂੰ ਰਾਗ ਬਾਰੇ ਜਾਣਕਾਰੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣੋ। ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਸਾਡੇ ਤੇ ਕੁੱਤਿਆਂ ਦੇ ਗਲ ਵਿੱਚ ਮਣੀ ਪਈ ਜਿਹਨੂੰ ਕਦਰ ਹੀ ਨਹੀਂ ਇਸ ਚੀਜ਼ ਦੀ। ਰਾਗ ਦੇ ਬਾਰੇ ਜਾਣਕਾਰੀ ਹੋਵੇ, ਪਰ ਰਾਗ ਦੇ ਬਾਰੇ ਜਾਣਕਾਰੀ ਇਸ ਵਾਸਤੇ ਨਾ ਮੁੰਬਈ ਜਾ ਕੇ ਐਕਟਰ ਬਣਨਾ ਹੈ ਜਾਂ ਐਕਟਰੈਸ ਬਣਨਾ ਹੈ। ਰਾਗ ਦੇ ਬਾਰੇ ਜਾਣਕਾਰੀ ਇਸ ਕਰਕੇ ਹੋਵੇ ਵੀ ਗੁਰਬਾਣੀ ਜਿਹੜੀ ਉਹ ਰਾਗਾਂ ਵਿੱਚ ਪੜ੍ਹਨੀ ਅਤੇ ਸੁਣਨੀ ਹੈ। ਗੁਰਬਾਣੀ ਪੜ੍ਹੀ ਜਾਵੇ, ਸਤਿਗੁਰਾਂ ਦੇ ਹੁਕਮ ਪੜ੍ਹੇ ਜਾਣ। ਤੁਸੀਂ ਜਿੰਨੇ ਆਪਣੇ ਪਰਿਵਾਰ ਦੇ ਜੀਅ ਘਰਾਂ ਵਿੱਚ ਰਹਿੰਦੇ ਹੋ, ਤੁਹਾਡੇ ਕੱਪੜੇ ਵੱਖੋ ਵੱਖਰੇ ਨੇ ਸਾਰਿਆਂ ਦੇ। ਹੋਰ ਤੁਹਾਡੇ ਘਰਾਂ ਦੇ ਸਾਧਨ ਜਿਹੜੇ ਨੇ ਲਗਭਗ ਸਾਰਿਆਂ ਨੇ ਆਪੋ ਆਪਣੇ ਵੱਖਰੇ ਵੱਖਰੇ ਸੂਟਕੇਸ ਅਤੇ ਵੱਖਰਾ ਵੱਖਰਾ ਸਮਾਨ ਰੱਖਿਆ ਹੁੰਦਾ। ਪਰ ਗੁਟਕਾ ਅੱਬਲ ਤੇ ਘਰ 'ਚ ਹੈ ਹੀ ਨਹੀਂ। ਜੇ ਹੋਵੇਗਾ ਤਾਂ ਇੱਕ ਅੱਧਾ ਰੱਖਿਆ ਹੋਣਾ, ਜੀ ਮੈਂ ਅਸੀਂ ਰੱਖਿਆ ਜੀ ਘਰ 'ਚ ਗੁਟਕਾ ਹੈ। ਸਤਿਗੁਰੂ ਰਾਮ ਸਿੰਘ ਦਾ ਲਿਖਿਆ ਹੋਇਆ ਰਹਿਤਨਾਮਾ ਸਭ ਤੋਂ ਪਹਿਲਾਂ ਗੁਟਕੇ ਵਿੱਚ ਜਿਹੜਾ ਉਹ ਪੜ੍ਹਿਆ ਕਰੋ, ਰੋਜ਼ ਪੜ੍ਹਿਆ ਕਰੋ ਨਿਯਮ ਨਾਲ। ਕੋਈ ਨਾ ਕੋਈ ਉਹਦੀ ਗੱਲ ਤੇ ਮੈਲ ਤਾਂ ਸਾਡੇ ਮਨ 'ਤੇ ਚੜ੍ਹਦੀ ਰਹਿੰਦੀ ਹੈ। ਰੋਜ਼ ਆਦਮੀ ਤੁਰਿਆ ਫਿਰਦਾ ਬਾਜ਼ਾਰ ਵਿੱਚ ਘੱਟਾ ਪੈਂਦਾ ਰਹਿੰਦਾ, ਪਰ ਕਦੇ ਕਦੇ ਜਾ ਕੇ ਉਹ ਡਰਾਈ ਕਲੀਨਰ ਵਾਲੇ ਦੀ ਦੁਕਾਨ 'ਤੇ ਵੀ ਚਲਾ ਜਾਂਦਾ ਕੱਪੜੇ ਧਵਾਉਣ ਵਾਸਤੇ। ਅਤੇ ਇਹ ਵੀ ਰੋਜ਼ ਸਾਡੇ ਮਨ ਦੇ ਉੱਤੇ ਜਿਹੜੀ ਮੈਲ ਲੱਗਦੀ ਹੈ, ਸਤਿਗੁਰਾਂ ਦੇ ਬਚਨ ਸਾਡੇ ਇਸ ਮੈਲ ਨੂੰ ਧੋਣ ਵਾਸਤੇ ਨੇ ਸਾਡੀ ਨੂੰ। ਰਹਿਤਨਾਮਾ ਇੱਕ ਚੰਡੀ ਦੀ ਵਾਰ ਦਾ ਪਾਠ ਸਤਿਗੁਰੂ ਰਾਮ ਸਿੰਘ ਨੇ ਬਾਰ-ਬਾਰ ਆਪਣੇ ਹੁਕਮਨਾਮੇ 'ਚ ਲਿਖਿਆ, ਉਹ ਜ਼ਰੂਰ ਪੜ੍ਹਿਆ ਕਰੋ। ਚੰਡੀ ਦੀ ਵਾਰ ਦਾ ਪੜ੍ਹਨ ਦਾ ਮਤਲਬ ਇਹ ਹੈ ਕਿ ਸਵੇਰੇ ਅਸਰ ਚੰਡੀ ਦੀ ਵਾਰ ਜਿਹੜੀ ਹੈ ਸੂਰਜ ਚੜ੍ਹਦੇ ਦੇ ਨਾਲ ਉਸ ਦੀ ਭੋਗ ਦੀ ਅਰਦਾਸ ਹੋ ਜਾਏ ਸੂਰਜ ਦੀ ਟਿੱਕੀ ਨਾਲ। ਜਿੱਥੇ ਵੀ ਜਿਸ ਦੇਸ਼ ਵਿੱਚ ਸੂਰਜ ਚੜ੍ਹਦਾ ਜਿਸ ਵੇਲੇ, ਉਸ ਵੇਲੇ ਦੇ ਮੁਤਾਬਕ ਚੰਡੀ ਦੀ ਵਾਰ ਪੜ੍ਹੀ ਜਾਵੇ। ਮੈਨੂੰ ਬੜੀ ਸੰਗ ਆਉਂਦੀ ਗੱਲ ਕਰਦੇ ਹਾਂ ਕਿ ਮੇਰੀ 'ਚ ਇੰਨੀ ਕਮਜ਼ੋਰੀ ਹੈ ਕਿ ਮੈਨੂੰ ਇਹ ਨਹੀਂ ਪਤਾ ਵੀ ਸਾਰੇ ਨਾਮਧਾਰੀ ਕਛਹਿਰੇ ਵੀ ਪਾਉਂਦੇ ਨੇ ਕਿ ਨਹੀਂ ਪਾਉਂਦੇ। ਅਤੇ ਜੇ ਇੱਥੇ ਪੁੱਛ ਲਈਏ ਨਾ ਕੰਘੇ ਕਿਰਪਾਨਾਂ ਵਾਲੇ ਤਾਂ ਕਿੰਨਿਆਂ ਕੋਲ ਹੋਣਗੇ ਮੈਨੂੰ ਨਹੀਂ ਪਤਾ। ਟਰੈਕਟਰ ਹੋਣਗੇ, ਸਕੂਟਰ ਹੋਣਗੇ, ਕਾਰਾਂ ਹੋਣਗੀਆਂ, ਕੋਠੀਆਂ ਹੋਣਗੀਆਂ, ਪਰ ਕੰਘਾ ਨਹੀਂ ਹੈਗਾ। ਕਿੰਨੀ ਕੀਮਤ ਲੱਗਦੀ ਉਹਦੇ। ਸਾਡਾ ਜਿਹੜਾ ਸਤਿਗੁਰਾਂ ਦਾ ਹੁਕਮ ਹੈ ਉਹਦੇ ਮੁਤਾਬਕ ਸਾਡੇ ਜਿਹੜੇ ਧਰਮ ਦੇ ਚਿੰਨ੍ਹ ਨੇ ਉਹ ਸਾਡੇ ਕੋਲ ਹੋਣੇ ਬਹੁਤ ਜ਼ਰੂਰੀ ਨੇ। ਇੱਕ ਜਿੰਨੇ ਮੁੰਡੇ ਪੜ੍ਹਦੇ ਨੇ ਉਹ ਅੱਬਲ ਤਾਂ ਕਛਹਿਰਾ ਨਹੀਂ ਪਾਉਂਦੇ। ਜੇ ਕਛਹਿਰਾ ਪਾ ਹੀ ਲਿਆ ਤਾਂ ਫਿਰ ਉਹ ਤੰਬੀ ਪਾਉਣਗੇ, ਪੈਂਟ ਪਾਉਣਗੇ, ਰੇਬ ਪਜਾਮਾ ਨਹੀਂ ਪਾਉਂਦੇ। ਘਰਾਂ ਵਿੱਚ ਆਰਾਮ ਨਾਲ ਉਹਨਾਂ ਨੂੰ ਪਾਈ ਜਾਣ ਦਿੰਦੇ ਨੇ। ਮਾਤਾ ਪਿਤਾ ਆਪ ਬਣਾ ਕੇ ਦੇਈ ਜਾਂਦੇ ਨੇ। ਕੋਈ ਧਿਆਨ ਨਹੀਂ ਕਰਦਾ ਵੀ ਇਸ ਤਰ੍ਹਾਂ ਬੱਚੇ ਇਸ ਪਾਸੇ ਕਿਉਂ ਤੁਰਦੇ ਨੇ। ਬੱਚੇ ਨੂੰ ਸਕੂਟਰ ਲੈ ਦਿੱਤਾ, ਬੱਚੇ ਨੂੰ ਕਾਰ ਲੈ ਦਿੱਤੀ ਹੈ, ਕੋਠੀ ਬਣਾ ਦਿੱਤੀ ਹੈ, ਪਰ ਉਹਨੂੰ ਜਪਜੀ ਸਾਹਿਬ ਤੱਕ ਵੀ ਨਹੀਂ ਪੜ੍ਹਾਇਆ। ਇੱਕ ਦੂਜੇ ਨੂੰ ਪੁੱਛ ਲਿਆ ਕਰੋ ਉਦਮ ਕਰਕੇ ਤੂੰ ਜਪਜੀ ਸਾਹਿਬ ਪੜ੍ਹਿਆ ਕਿ ਨਹੀਂ ਪੜ੍ਹਿਆ। ਔਰ ਇਹ ਬਹੁਤ ਚੇਤਾ ਰੱਖਿਆ ਕਰੋ ਵੀ ਜਦੋਂ ਅਸੀਂ ਕਿਸੇ ਨੂੰ ਕੁਛ ਆਨੇ ਹਾਂ ਉਦੋਂ ਅਸੀਂ ਇਹ ਸਮਝ ਕੇ ਨਾ ਆਖੀਏ ਕਿ ਮੇਰੇ ਨਾਲੋਂ ਉਹ ਇੰਨਾ ਨੀਵਾਂ ਹੈ। ਇਹ ਸਮਝ ਕੇ ਆਖੀਏ ਵੀ ਮੈਂ ਸਭ ਤੋਂ ਨੀਵਾਂ, ਪਰ ਮੇਰਾ ਅੱਜ ਕਰਨਾ ਫਰਜ਼ ਬਣਦਾ ਹੈ। ਮੈਂ ਇਹ ਸਮਝਦਾ ਕਿ ਇਹ ਪਲਾਟ ਲਿਆ ਬਹੁਤ ਫਾਇਦਾ, ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਤੂੰ ਜ਼ਰੂਰ ਲੈ ਲੈ, ਤੈਨੂੰ ਇਹਦਾ ਫਾਇਦਾ ਹੋਵੇਗਾ। ਇਸ ਸਾਲ ਵਿੱਚ ਕੁਝ ਪਿਛਲੇ ਸਾਲਾਂ 'ਚ ਹੀ, ਪਰ ਇਸ ਸਾਲ ਵਿੱਚ ਬਹੁਤ ਥਾਈਂ ਸਾਧ ਸੰਗਤ ਨੇ ਕਿਰਪਾ ਕੀਤੀ ਹੈ। ਵਰਨੀਆਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵਿੱਚ ਭਜਨ ਜਪ ਪ੍ਰਯੋਗ ਬਹੁਤ ਸਾਰਾ ਸ਼ੁਰੂ ਕੀਤਾ। ਮੈਨੂੰ ਬੜੀ ਸੰਗ ਆਉਂਦੀ ਸੀ ਇਸ ਗੱਲ ਦੀ ਵੀ ਭੈਣੀ ਸਾਹਿਬ ਵਿੱਚ ਰਹਿ ਕੇ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ, ਸਾਰਿਆਂ ਕੋਲ ਫਰਿੱਜਾਂ ਅਤੇ ਗੈਸ ਦੇ ਚੁੱਲ੍ਹੇ ਅਤੇ ਫਲਾਈ ਟੱਟੀਆਂ ਅਤੇ ਸਾਰਾ ਕੁਝ ਸਾਧਨ ਪਾਣੀ ਦਾ ਹੋ ਕੇ ਹੋਇਆ ਕੀ ਹੈ, ਖੂਹ ਦਾ ਪਾਣੀ ਦਾ ਇਸ਼ਨਾਨ ਛੁੱਟ ਗਿਆ। ਤੁਸੀਂ ਮੈਨੂੰ ਯਾਦ ਨਹੀਂ, ਇਲਸਟ੍ਰੇਟਡ ਵੀਕਲੀ ਬੜਾ ਮਸ਼ਹੂਰ
ਪਰਚਾ ਹੈ ਕਿ ਭਾਰਤ ਦਾ, ਉਹਦੇ 'ਚ ਉਹਨਾਂ ਨੇ ਲਿਖਿਆ ਸੀ ਵੀ ਅਮਰੀਕਾ ਦੇ ਕੁਝ ਸ਼ਹਿਰਾਂ 'ਤੇ ਤਜਰਬਾ ਕੀਤਾ ਗਿਆ। ਉਹਨਾਂ ਨੇ ਆਖਿਆ ਕਿ ਜਿਹੜੇ ਸਾਫਟ ਵਾਟਰ, ਅੰਗਰੇਜ਼ੀ ਦਾ ਸ਼ਬਦ ਵਰਤਦੇ ਨੇ, ਬਣਾਏ ਹੋਏ ਪਾਣੀ, ਕੋਕਾ ਕੋਲਾ, ਚਾਹ ਵਗੈਰਾ, ਜਿਹੜੀ ਜਿੰਨੇ ਵੀ ਨੇ, ਇਹ ਸਾਡੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਨੇ। ਇੱਥੋਂ ਤੱਕ ਵੀ ਉਹਨਾਂ ਨੇ ਲਿਖਿਆ ਵੀ ਜਿਹੜਾ ਪਾਈਪ ਦਾ ਪਾਣੀ ਹੈ ਨਾ, ਉਹ ਵੀ ਸਾਡੇ ਲਈ ਹਾਨੀਕਾਰਕ ਹੈ। ਕਿਹੜਾ ਫਾਇਦੇਮੰਦ ਹੈ? ਤਲਾਬ, ਝੀਲ, ਨਦੀ, ਖੂਹ ਦਾ ਪਾਣੀ ਜਿਹੜਾ ਨਾ, ਉਹ ਸਾਡੇ ਲਈ ਲਾਇਕ ਹੁੰਦਾ, ਸਾਡੀ ਸਿਹਤ ਵਾਸਤੇ। ਸਾਡੇ ਸਿੱਖਾਂ ਦੇ ਸਾਰਿਆਂ ਦੇ ਦਿਲਾਂ ਵਿੱਚ ਉਹਦਾ ਥਾਂ ਕਿਸ ਤਰ੍ਹਾਂ, ਇਹ ਮੈਂ ਨਹੀਂ ਕਹਿ ਸਕਦਾ। ਅਸੀਂ ਉਹਨੂੰ ਆਪਣਾ ਅੱਡਾ ਬਣਾ ਕੇ ਵਰਤਦੇ ਹਾਂ, ਆਪਣੇ ਵਾਸਤੇ, ਕਿ ਧਰਮ ਵਾਸਤੇ ਵਰਤਦੇ ਹਾਂ, ਇਹ ਸਾਡਾ ਮਨ ਹੀ ਦੱਸ ਸਕਦਾ। ਸਾਨੂੰ ਕਿਸੇ ਨਾਲ ਕੋਈ ਗਰਜ ਨਹੀਂ। ਤੁਸੀਂ ਜਿੰਨੇ ਨਾਮਧਾਰੀ ਹੋ, ਤੁਹਾਨੂੰ ਸਭ ਨੂੰ ਚਾਹੀਦਾ ਵੀ 3 ਵਜੇ ਤੋਂ ਪਿੱਛੋਂ ਬਿਲਕੁਲ ਨੀਂਦ ਨਾ ਆਵੇ ਕਿਸੇ ਨੂੰ। ਇਸ਼ਨਾਨ ਕਰਕੇ ਸਣੇ ਕੇ ਅਸੀਂ ਭਜਨ ਕਰਿਆ ਕਰੋ, ਭਜਨ ਕਰਕੇ ਅਰਦਾਸ ਕਰਿਆ ਕਰੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਭਾਈ ਜਿਸ ਤਰ੍ਹਾਂ ਕਿਸੇ ਸਿੰਘ ਨੂੰ ਦਰਸ਼ਨ ਦਿੰਦੇ ਹੋ, ਸਾਨੂੰ ਸਾਰਿਆਂ ਨੂੰ ਦਰਸ਼ਨ ਦਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਦਰਸ਼ਨ ਦੇ, ਛੜਦੀ ਅੱਗ 'ਚੋਂ ਸਾਨੂੰ ਬਚਾ ਲੈ। ਉਹਦਾ ਕੀ ਫਾਇਦਾ ਹੈ? ਬਾਣੀ ਵਿੱਚ ਜੋ ਸਤਿਗੁਰਾਂ ਨੇ ਦੱਸਿਆ, ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹਉਮੈ ਮਾਰੀ। ਇਹ ਬਹੁਤ ਵੱਡੇ ਫਾਇਦੇ ਨੇ। ਜਿਹੜਾ ਸਾਡਾ ਨੁਕਸਾਨ ਹੋ ਰਿਹਾ ਨਾ, ਸਭ ਤੋਂ ਵੱਡਾ ਜਿਹੜਾ ਰੋਗ ਸਾਨੂੰ ਦਿੱਤਾ ਹੈ ਇੱਕ ਕੋਹੜ ਦਾ, ਹਉਮੈ ਦੀਰਘ ਰੋਗ ਹੈ। ਵੱਡਾ ਰੋਗ ਕੋਹੜ ਨੂੰ ਆਉਂਦੇ ਨੇ, ਹਉਮੈ ਦੀਰਘ ਰੋਗ ਹੈ। ਹਉਮੈ ਰੋਗ ਮਾਨਵ ਕੋ ਦੀਨਾ, ਪਰ ਸਤਿਗੁਰੂ ਕਿਰਪਾ ਕਰੇ ਤੇ ਛੁੱਟ ਸਕਦਾ। ਕਰਨ ਨਾ ਸੁਣਾ ਕਾਹੂ ਕੋਈ ਨਿੰਦਾ, ਸਭ ਤੇ ਜਾਣਾ ਆਪਸ ਕੋ ਮੰਦਾ। ਜੇ ਅਸੀਂ ਇਹ ਦੋ ਤੁਕਾਂ ਹੀ ਅਪਣਾ ਲਈਏ ਨਾ, ਤੇ ਸਾਡਾ ਝਗੜਾ ਸਾਰਾ ਮੁੱਕ ਜਾਂਦਾ। ਝਗੜਾ ਕਦੋਂ ਪੈਂਦਾ? ਜਦੋਂ ਮੈਂ ਸਮਝਦਾ ਮੈਂ ਠੀਕ ਹਾਂ, ਤੂੰ ਗਲਤ ਹੈ, ਉਦੋਂ ਝਗੜਾ ਪੈ ਜਾਂਦਾ। ਜਦੋਂ ਮੈਂ ਸਮਝਦਾ, ਜਦੋਂ ਕਿਸੇ ਨੇ ਆਖਿਆ ਤੂੰ ਗਲਤ ਹੈ ਜੀ, ਮੈਂ ਗਲਤ ਹਾਂ ਜੀ, ਬਸ ਗੱਲ ਮੁੱਕ ਗਈ ਉੱਥੇ। ਸੋ ਤੁਸੀਂ ਆਪਣੇ ਪਿੰਡਾਂ ਵਿੱਚ ਪਹਿਰਾ ਦਿਆ ਕਰੋ। ਤੜਕੇ ਉੱਠ ਕੇ ਆਪਣੇ ਜਿੰਨੇ ਤੁਹਾਡੇ ਨਾਮਧਾਰੀ ਮੈਂਬਰ ਨੇ, ਸਭ ਨੂੰ ਉਠਾਇਆ ਕਰੋ। ਉਠਾ ਕੇ ਆਖਿਆ ਕਰੋ ਭਜਨ ਕਰੋ। ਬਈ ਆਪਣੇ ਆਪਣੇ ਗਲੀ ਮੁਹੱਲੇ ਵਿੱਚ ਇਸ ਵੇਲੇ ਬਹੁਤ ਤਕੜਾਈ ਹੈ ਸਾਡੇ ਦੁਸ਼ਮਣਾਂ ਦੀ। ਕਿਹੜੇ ਦੁਸ਼ਮਣ ਨੇ ਸਾਡੇ? ਮ੍ਰਿਗਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼। ਇਹ ਸਾਰੇ ਇੱਕ ਇੱਕ ਦੋਸ਼ ਹੈ ਇਹਨਾਂ ਵਿੱਚ। ਪੰਜ ਦੋਖ ਸਾਧ ਜਾਮੈ ਤਾਕੀ ਕੇਤਕ ਆਸ। ਇਸ ਮਨੁੱਖ ਵਿੱਚ ਸਾਰੇ ਪੰਜੇ ਦੋਸ਼ ਆ ਗਏ ਨੇ। ਉਹਦੀ ਕਿੰਨਾ ਕੁ ਚਿਰ ਆਸ ਬਚਣ ਦੀ? ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਇਹ ਤਨ ਲਾਹਰੀ ਗੱਡ ਥਿਆ ਸੱਚਿਆ ਤੇਰੀ ਆਸ। ਜਿੰਨਾ ਤੁਸੀਂ, ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਜਦੋਂ ਰੂਸ ਨਾਲ ਜਰਮਨੀ ਦੀ ਲੜਾਈ ਸੀ, ਬਹੁਤ ਸਾਰੀਆਂ ਤਾਕਤਾਂ ਰੂਸ ਦੇ ਖਿਲਾਫ ਲੜਦੀਆਂ ਸਨ। ਰੂਸ ਦੇ ਦੇਸ਼ ਦੇ ਵਿੱਚ ਜਾ ਵੜੇ, ਹੌਸਲਾ ਨਹੀਂ ਛੱਡਿਆ ਉਹਨਾਂ ਨੇ। ਫਿਰ ਉਹਨਾਂ ਦੇ ਸ਼ਹਿਰਾਂ ਵਿੱਚ ਜਾ ਵੜੇ, ਫਿਰ ਵੀ ਹੌਸਲਾ ਨਹੀਂ ਛੱਡਿਆ। ਫਿਰ ਉਹਨਾਂ ਨੇ ਪਿੰਡਾਂ ਵਿੱਚ ਜਾ ਵੜੇ, ਫਿਰ ਵੀ ਹੌਸਲਾ ਨਹੀਂ ਛੱਡਿਆ। ਗਲੀਆਂ ਵਿੱਚ ਲੜੇ ਨੇ, ਉਹ ਇਕੱਲੇ ਇਕੱਲੇ ਮਕਾਨ ਵਿੱਚ ਲੜੇ ਨੇ, ਹੌਸਲਾ ਨਹੀਂ ਛੱਡਿਆ। ਫਿਰ ਉਹ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ। ਇਸ ਵੇਲੇ ਬਹੁਤ ਵੱਡਾ ਭਾਰ ਹੈ ਸਾਡੇ ਉੱਤੇ, ਜਿਹੜੇ ਅੰਦਰਲੇ ਸਾਡੇ ਵਿਅਸਨ ਨੇ ਇਹਨਾਂ ਦਾ। ਤਗੜੇ ਹੋ ਕੇ ਭਜਨ ਬਾਣੀ ਕਰੋ। ਇਹ ਕਦੋਂ ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਕਿ ਜਿਨ੍ਹਾਂ ਦੀ 2 ਹਲਾਂ ਦੀ ਵਾਹੀ ਇੱਕ ਦੀ ਕਰ ਲਓ, ਜਿਨ੍ਹਾਂ ਦੀ ਇੱਕ ਦੀ ਉਹ ਅੱਧੇ ਦੀ ਕਰ ਲਓ। ਭਜਨ ਬਾਣੀ ਤਗੜੇ ਹੋ ਕੇ ਕਰੋ, ਕਾਮ ਕਰੋ। ਉਹਨੂੰ ਛੁੱਟੀ ਦਿੱਤੀ ਹੈ ਸਤਿਗੁਰਾਂ ਨੇ। ਅੱਜ ਦਾ ਰੇਟ ਤਾਂ ਬਹੁਤ ਤੇਜ਼ ਆ ਉਹਦੇ ਨਾਲ। ਸੋ ਤਗੜੇ ਹੋ ਕੇ ਉਦਮ ਕਰੋ ਇਸ ਪਾਸੇ। ਸਾਰੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਭਜਨ ਕਰਕੇ ਅਰਦਾਸ ਕਰਿਆ ਕਰੋ। ਸਾ ਮਤ ਦੀਜੈ ਜਿਤ ਤੁਧ ਤੇ ਆਈ,
था बुध दीजै जित विसरै नाही। मैं यही अर्थ करके परम सम्मान योग कुलपति जी और मानयोग हमारे काशी के विद्वान पंडितों, आज ऐसा लगा है कि कुछ समय ज़्यादा लगता ही नहीं, जी चाहता है कि इन सब लोगों की बात सुनते जाएं और सुनते सद्गुरु कृपा से हमारे मन में ये आ जाए तो हम भी एक अच्छा शिष्य होने का समय प्राप्त कर सकें। गुरु के बारे में विद्वानों ने जो कुछ कहा है, ये मुझे ऐसा लगता है कि जैसे स्वर्ण है, स्वर्ण बहुत अच्छी चीज है, लेकिन उसमें सुगंधी आ जाए तो फिर क्या बात है। विद्वान तो हैं, लेकिन विद्वान जो आस्था में आ जाए और धार्मिक व्यवस्था में आ जाए, जैसे सद्गुरु राम सिंह जी ने, जैसे एक बार फिर सब धन श्री सद्गुरु राम सिंह सद्गुरु राम सिंह जी ने पंडित राम नारायण जी के ऊपर कृपा की और उनको पूर्ण ब्रह्म दिखा दिया कि सद्गुरु राम सिंह ही पूर्ण ब्रह्म है। ऐसे ही एक हमारे नामधारी थे, गुरसहाई सिंह, तो पाकिस्तान में गांव रह गया उनका, सबाजपुर के रहने वाले थे। उन्होंने मेरे को बताया कि मेरे मन में ये भाव पैदा हुए कि ब्रह्म क्या है। तो एक बार ऐसा हुआ कि मैं थोड़ा बीमार हुआ और मेरा जीव आत्मा शरीर से बाहर चला गया और मैं ऐसे जगह जा रहा हूँ जो मैंने कहीं देखी नहीं है। इतनी खूबसूरत, इतना अच्छा वातावरण कभी देखा नहीं है। तो चलते चलते जब मैं आगे गया तो आगे सद्गुरु राम सिंह जी बैठे हुए हैं। सद्गुरु जी ने कहा कि यहाँ बैठ जाओ। मैं बैठ गया तो मेरे को कहा, देखो ये रोशनी है, सूरज चंद्रमा कहीं है तो नहीं, वहाँ लिखा है उसके लिए रव सस्ता न प्रवेशन। वो सूरज चंद्रमा और ये तारे ये वहाँ बिल्कुल नहीं है, लेकिन रोशनी है। तो फिर उन्होंने कहा कि देखो जहाँ बैठे हो जमीन है नीचे, तो कहने लगा नहीं है। ये बात तो वही लोग समझ सकते हैं जो अध्यात्मवादी हैं और इसके ऊपर अभ्यास करते हैं, कभी उनको दर्शन हो जाता है तो उनको मालूम है ये क्या चीज़ है। हम बैठे हुए हैं कनाडा में, तो काशी की बात अगर करेगा कोई तो हमें कुछ समझ नहीं आएगी जितनी देर हम काशी देखते नहीं हैं। तो उसने कहा कि मेरे को ये सारा अनुभव सद्गुरु जी ने कराया कि यही गुरु है, जो यही ब्रह्म है, सारा कुछ यही है। तो बहुत ही अच्छे साधु थे, उन्होंने ये बात बताई। और भी लोग बताते हैं, मैं समय अभाव के कारण ये नहीं कह रहा। तो गुरु ऐसी चीज़ है जिसके लिए वाणी में तो बार बार लिखा है, गुरु गुरु गुर कर मन मोर, गुरु बिना मैं नाही होर, गुरु की टेक रहो दिन रात, जाकी कोई न बेटा दात, गुर परमेश्वर एको जान। फिर आगे लिखा है वो ये कौन है, गुरु के चरण हृदय लतारो, वो शरीर वाला है। और भाई गुरदास जी ने ये लिखा है
कोट कोट रोम ब्रह्मांड को निवास जास, मानस अवतार तार दर्श दिखाए हैं। जाके ओंकार के आकार हैं नाना प्रकार, सी मुख शब्द गुर सिखन सुनाए हैं। जग भोग नई वेद जगत भगत जाए, असन बसन गुर सिखन लड़ाए हैं। पीछे की बात तो मैं नहीं जानता, लेकिन मैंने सतगुरु प्रताप सिंह जी को देखा है कि उन्होंने सिखों को ब्रह्म में लीन किया, पिछले गुरुओं ने भी किया, लेकिन सतगुरु प्रताप सिंह जी ने मेरे ख्याल में अगर नहीं भूल रहा तो 2000 एकड़ जमीन उन गरीब आदमियों को दी जिनके पास जमीन नहीं थी, उनको गौएं दी जिनके पास दूध पीने को कुछ नहीं था, उनको वस्त्र दिए जिनके पास, ये जो मैंने वाणी के भाई गुरदास जी की तो पढ़ी है पंक्ति, असन बसन गुर सिखन लड़ाए हैं, वो काम सतगुरु जी ने किया। और गुरु की तारीफ ऐसी लिखी है और शिष्य की भी लिखी है वहाँ, जैसे पतिव्रता पर पुरख न पेख्यो चाहे, पूर्ण पतिव्रता कह पत ही सह ध्यान है। सर सरता समुंद चात्रिक न चाहे कहूँ, आस कान बूंद प्रिय प्रिय गुण ज्ञान है। दिन कर और भोर चाहत नहीं चको, मन बच क्रम हिम कर प्रिय प्राण है। आप समझते हैं इसकी अर्थ की जिसमें आप मेरे से ज्यादा जानते हैं। तो तैसे गुर सिख आन देव सेव टहत सेव तेव रहत, सहज स्वभाव ज्ञान अवस्था में है, सहज स्वभाव अवज्ञा न अभिमान है। ये लिखा है, ये चाहिए, लिखा भी चाहिए, लेकिन लिखे को अगर कोई करता नहीं है, ये कह दिया कि रेल ऐसे बनती है, कोई बनाता नहीं है, बना भी दी तो चढ़ने वाला नहीं है, ये सब कुछ चाहिए। और जैसे भगवान ने सृष्टि बनाई है, उसके दो पक्ष बनाए हैं, दुख और सुख। ये दो पंख हैं जिनसे आदमी चल रहा है, तो न तो इनसे इनकार किया जा सकता है, तो ना ही इनका बहिष्कार किया जा सकता है। इनमें चलना ही पड़ता है जितनी देर। अब यहाँ किसी ने जिक्र किया था रामचरित्र मानस, भगवान का मानुष चरित्र है। तो सतगुरु प्रताप सिंह जी ने एक बार कथा करते करते कहा कि एक कविता है, मेरे को अभी पूरा शायद याद नहीं होगा, भावी बयानी है कंस के ऊपर भावी ने जादव वंश खपाया। तो ऐसा जब कहते हैं तो आखिर में उसमें आता है कि भावी से राम न छूटन पाया। साथ ही सतगुरु जी ने कहा क्यों छूटे, उसने ऐसा बनाया है कि मैंने ऐसा करना है। लेकिन जो लोग वहाँ तक पहुँचते नहीं हैं तो वो ये कहने लग जाते हैं कि ये क्या भगवान राम है, एक औरत के पीछे ऐसा रोता रहा सब। लेकिन उसने एक रास्ता बनाया है कि इस रास्ते से जाना है, तो वो जाता ही है, वही जा सकता है और आदमी नहीं जा सकता, ना वो समझ सकता है इस बात को। और सतगुरु बहुत बड़ी चीज है, वो हर आदमी के सारे तरफ है। जैसे भाई गुरदास जी ने लिखा है, भगत जना हर माँ प्यो बेटा, माता भी है, पिता भी है, उनका बेटा भी है। उनके काम भी आप तो सब कथा जानते हैं। जैसे वो नामदेव जी को एक नौकर मिला, तो अंतर्जामी उसका नाम उसने कहा, तो कैसे क्या क्या हुआ सारा, वो उनकी नौकरी की, उनको जरूरत थी, तो इसलिए गुरु शब्द कहना भी बहुत मुश्किल है, क्योंकि हमें इतना समय नहीं है, हमारे बहुत काम हैं। तो गुरु नानक ने लिखा है, आखन औखा साचा नाव,
नाम 2 अक्षर हैं, लेकिन ये कहने बहुत मुश्किल है, क्योंकि इनके लिए बहुत रुकावटें हैं हमारे आगे। हमारा परिवार है, हमने उसके लिए कुछ करना है, हमारा दोस्त है उसके लिए कुछ करना है, हमारा मित्र है, हमारा दुश्मन है उसके लिए कुछ प्रबंध करना है। जिसने हमें पैदा किया है, जो हमारा सांस आ रहा है, हम चल फिर रहे हैं, जो सारी हमारी देखभाल करता है, उसके लिए समय नहीं है। तो ये एक ऐसी चीज है जैसे शायद माता पिता, दोस्त मित्र या कोई भी दुनिया की जो बनी हुई ऐसी भगवान की इच्छा से प्राणी मात्र है, वो शायद ऐसा नहीं कर सकेगा। जो लोग भगवान को मानते नहीं हैं, गाली निकालते हैं, रोटी उनको भी देता है, उसमें कोई फर्क नहीं आने देता। तो सदगुरु की इतनी ताकत, इतना उसका बल है, तो जो चाहे वो कर सकता है। तो गुरबानी में ऐसा लिखा है, जैसा ये आदमी की जैसी पहुंच है, जहाँ तक हमारी निगाह जाती है, तो वहाँ जो आगे नीलापन हमारे दिखाई देता है, वो कोई हद नहीं है, वो तो हमारी दृष्टि की हद है। तो आकाश की कोई कुछ कह नहीं सकता आकाश के बारे में। तो गुरु ऐसी चीज है, गुरु अर्जन ने लिखा है, हरन भरन जाका नेत्र फोर, आंख मीच ली सृष्टि खत्म है, आंख खोल दी सृष्टि की रचना हो गई। कीता बसाओ एक को खुआओ, एक बार ही कह दिया ओम कह दिया तो सब सृष्टि की रचना हो गई। तो हम जहाँ जहाँ नजदीक, यहाँ बारिश होने लग जाती है, तो बहुत बारिश होती है, तो हमें लगता है सारी दुनिया में बारिश हो रही है, तो परली तरफ धूप लग रही है, लोग जलन से मर रहे हैं। तो हमारी जो दृष्टि है बहुत छोटी है, उसके कारण हम उसके अंतर ही रहते हैं। बाहर जाने के लिए जैसे अब चर्चा हुई है, मुझे बहुत ही खुशी हुई है। मेरे को ये पता चला है कि कहते हैं कि पंडित लोग सब यहाँ रहते हैं, गोष्ठियाँ होती हैं, लेकिन इतने विद्वान लोग इतने यूनिवर्सिटियों से नहीं कभी इकट्ठे हुए। तो मेरे को बहुत खुशी है कि आप सब लोगों ने, मैं विद्वान बिल्कुल नहीं हूँ, लेकिन आप सब ने मेरे को मान दिया है। ये बहुत अच्छी चीज़ है, जो अभ्यास करे, अध्ययन करे, अध्ययन के बाद अभ्यास किया जाए तो उसके बहुत ही नतीजे अच्छे आ जाते हैं। वेद किताबी विद्या एक कंचन को टेर, लेकिन उसके आगे भी एक जगह है, अनपय पारस की गनी जाना कोट सवेर। एक बार सदगुरु हमारे दादाजी गुरु हरि सिंह जी के समय में एक पंडित जी आए, उनके पास बहुत किताबें थी और सेवक से साथ नाम लश्कर लेकर आए। तो कहने लगे गुरु के साथ ज्ञान चर्चा करनी है। तो सदगुरु जी ने कहा, हमारे एक संत जीवन सिंह जी थे और उनके साथी और जो संत मंडली थी, तो उनके पास भेज दिया। उनके पास ये चावल की पराली थी, वो बैठे हुए थे, पंडित जी को भी बिठा लिया। पंडित जी को एक ही सवाल किया कि पंडित जी कैसे आए हैं, हमने ज्ञान चर्चा करनी है। पंडित जी आप ज्ञानी हैं या अज्ञानी हैं? तो पंडित जी ने कहा मेरा घर तो पूरा हो गया, मेरे को अब जरूरत नहीं। तो साथ वाले कहने लगे क्या बात हुई, आप तो बहुत चढ़कर आए थे ऐसा। पंडित कहने लगा अगर मैं ज्ञानी हूं तो मेरे को चर्चा की जरूरत नहीं है, जो मैं अज्ञानी में अपने आप को कह ही नहीं सकता। तो एक ही बात से वो जो मैंने आपको कहा है कि अनपय पारसी कनी जामा कोट सवेर, वो लोग जब बैठते थे तो सब ब्रह्म की चर्चा ही करते थे और ब्रह्म में लीन होते थे। और ये कोई मामूली बात थी उनके लिए। एक संत बुड्ढा सिंह जी, उनका नाम, अमृतसर के जिले में रहने वाले। दूसरे संत सुरजन सिंह जी जो सियालकोट के जिले में रहते थे। तो सियालकोट के जिले वाले संत जो थे, उनका
आखिरी समय आया अंत का, तो कहने लगे बुड्ढा सिंह को मिलने को जी चाह रहा है। तो इधर बुड्ढा सिंह जी ने तरन तारण के नज़दीक गांव है, घर वाली को कहने लगे कि मेरे को जरा दूध वगैरह दे दो, मैंने जाना है कहीं। तो बाहर सर्दी का मौसम है, बहुत ठंडी हवा चल रही है, शीत हो रहा है। तो कहने लगे इस समय कहाँ जाओगे? कहने लगा भाई वो सुरजन सिंह याद कर रहा है, उनका समय आखिरी, मैंने जाना है। तो इतनी बात करते करते वो उधर सुरजन सिंह ने कहा कि दरवाजा खोलो। क्या बात है, बाहर ठंड बहुत है। उन्होंने कहा दरवाजा खोलो, बुड्ढा सिंह आ गया। तो बुड्ढा सिंह जी आए, उनके गले मिले, उसके बाद अपना शरीर छोड़ दिया बिल्कुल आसानी से। एक रविदासिये हम जिसको कहते हैं, रहतिये भी कहते हैं, चमारों से जो बने, उनका नाम ठाकर सिंह, और ठाकर सिंह का लड़का जो था वो उसको अपने बेटे को कहने लगा बेटा आज से 8 दिन को तुमने शरीर छोड़ देना है। कहने लगा 7 बजन पिताजी, आज हम अपने बच्चों को कहेंगे वो क्या कर, उनको उनसे क्या सुनेंगे ये आप समझ सकते हैं। लेकिन उसने कहा 7 बजन पिताजी। जो उसका समय आ गया तो उसने सिर छोड़ दिया। लोगों ने देखा था, पूछा कि इतनी ताकत रखते हो तो अपने गुरु से इसकी आयु ले लेते। तो वो कहने लगा देखो भाई, ये झूठी मांग बिल्कुल गुरु से नहीं मांगनी, ये सत्य नहीं है, ये असत्य है। और गुरु से मांगना है तो ज्ञान मांगो, और सबसे बड़ी बात है गुरु का दर्शन मांगो। गुरु अर्जन ने लिखा है कांठी एक दर्श तुहारो, नानक उन संग मोह उधारो। वो जो लोग हैं जिनको तेरे दर्शन की इच्छा है, मेरे को भी उनके साथ उधार कर दो मेरा भी। तो कहने लगा गुरु का दर्शन जो है सबसे, उसने कहा कि सदगुरु की कृपा से मेरे में ये ताकत है, मैं इसको जिंदा कर सकता हूँ। उसको कहा बेटा उठकर इन लोगों से बात करो। तो 10-5 मिनट बात की तो कहने लगा बस अब चले जाओ। बिल्कुल ऐसा है कि लेकिन हम ये चर्चा करेंगे तो हमें पता चलेगा कि आगे कुछ और चीज़ है। किसी की बारी आ जाएगी, यूनिवर्सिटियाँ हैं, कॉलेज हैं, उनमें कोई लड़के सबसे ज़्यादा नंबर ले जाते हैं, लेकिन बहुत पहले यूनिवर्सिटी बनती है, उनमें पढ़ाई चलती है। किसने होना है ये कुछ नहीं मालूम, लेकिन हो सकता है। तो ऐसे ही गुरु का जो गुरुत्तम है उसको तो कुछ कहा ही नहीं जा सकता उसके बारे में। तो प्रेम गुरु का जिसके ऊपर लग जाए वो सबसे अच्छा हो जाता है। और गुरु मंत्र देता है, गुप्त भाषण सा मंत्र। तो आप सब जानते हैं कि जो वो गोमुखी जिसको कहते हैं उसमें बाला फेरते हैं सब लोग। तो गुरु अर्जन जी ने लिखा है एक श्लोक, संस्कृति एक वाणी लिखी हुई है, उसमें लिखा है कि गुरुमंत्र हीनस्थ जो प्राणी त्रिगंत जन्म प्रश्न, कूकर सूकर गर्द है काका है सर्पन है तुलखला। वो मूर्ख इनकी न्यायी है और इनसे भी बुरा है। सर्प न तुलखला समझे तो इनसे भी बुरा है। क्यों बुरा है? जो कुकर है वो अपने स्वामी के लिए सारी रात जागता है, उसकी राखी करता है। सुअर जो है वो गलियां तो साफ कर देता है, सब कोई खा जाता है। जो गधा है वो 4 मन वजन ले जाता है, वो भी सेवा करता है। और काफ जो है उसके लिए ये हमारे पंजाब में है कि जैसे गुरबानी में लिखा है कि पंथ निहारा है कामनी लोचन भरी ले उसासा, पूर्णा पीजा पग ना कैसा हर दर्शन की आशा, उड़न कागा कारे बेग मिली जाए अपने राम प्यारे। एक आग तू जाके मेरे राम को संदेश दे कि मैं मिलना चाहती हूँ। वो काग की तो बहुत ऊंची बात है। तो काग सुंदी जी के बाद में आप पढ़ा है कि वो कितने ज्ञानी थे, कितना
और अपने गुरु से पढ़ते पढ़ते जब उन्होंने कहा कि तुम क्यों कहाँ करता है, तो उसने कहा कि फिर गुरु जी कहने लगे कि अब तेरा जन्म नहीं, और कहने लगा नहीं, आपका वचन सत्य होना चाहिए, मेरे को इसी में ज्ञान देने दो। तो गरुड़ जी जैसे भी कागसुंडी से जाके उन्होंने ज्ञान लिया, आप सब लोग जानते हैं, मैं इसके बारे में ज़्यादा नहीं कहना चाहता। तो कुकरह सूकरह गर्दबह काकह सर्पनह तुलखरह, सांप जो है वो एक कील में आ जाता है। और राजस्थान में हमने सुना है कि वहाँ के लोग जो रात को सोते हैं तो कहते हैं सांप सांस पी जाता है। सांस पीने का मतलब आदमी की आवाज़ आती है सांस आ की सांप, तो सांप उसके ऊपर आ जाता है, तो मुंह में उसका विष दिखता है, गिर जाता है, तो वो बंदा आदमी मर जाता है। लेकिन जिस चारपाई के ऊपर चमड़े वाले जूते के पांव धोकर सोते हैं उसमें नहीं वो चढ़ता, उसके भी एक हद है। तो गुरु जी कहते हैं जो ये जितने चीज़ है सारी, अगर आदमी ने गुरुमंत्र नहीं लिया तो इनसे भी वो बदतर है, इनसे भी माड़ा है, बुरा है। तो ऐसे सदगुरु राम सिंह जी ने कृपा की, पता नहीं कितने लोगों का उद्धार किया। मंत्र कान में देने का हुक्म है किसका? गुरु का। अगर वो कह दे कि बाहर कह दो तो उसका वही मंत्र ठीक है। मेरे को सदगुरु प्रताप सिंह जी ने एक संत तख्त सिंह जी थे, उनको हम स्वामी जी कहकर बुलाते थे, उनकी संगत बहुत कराई। तो वो कहते थे कि हम जब रास्ते में चलते थे 8-10 नामधारी इकट्ठे होकर, तो जवार और बाजरी वगैरह में बहुत आवाज़ आनी। तो हमने पूछा कौन हो, तो उन्होंने कहा ना कि हम प्रेत जुनी बने हुए हैं, हमारा उद्धार करो। तो सदगुरु जी के पास उन्होंने अर्ज की। सदगुरु जी ने कहा आप ऐसे करो, जब जाते कभी मिलते हैं ऐसे तो एक तरफ होकर उनको कह दो, ऊंची ऊंची उनको मंत्र सुना दो, उनका उद्धार हो जाएगा। तो वो सदगुरु राम सिंह जी ने ऐसा हुक्म दिया, तो ऐसे ही उन लोगों का उद्धार हुआ। और स्वामी तख्त सिंह जी की जो मैं बात कर रहा हूँ, वो जब सदगुरु राम सिंह जी प्रदेश गए, देश निर्वासित हुए, तो दर्शन करने के लिए जाने लगे, तो रास्ते में कैलकाटा में पकड़े गए। जब पकड़े गए तो उन्होंने जो हथकड़ी थी ऐसे उतार दी और पाँव की बेड़ी उतार दी। तो एक सुबर्णन पुलिस ने कहा कि तुम ऐसे करते हो, उसके सामने भी कर दिया। सदगुरु जी को वहाँ पता चला तो उन्होंने कहा ये काम नहीं करना, ये काम बंद है, हमारे में ऐसा काम नहीं करना। तो उसके बाद आप कैद होकर 1.5 बरस पेशावर में जाकर पत्थर कूटने की सजा भुगती। ये बात बहुत मुश्किल है कि हम ऐसा कर सकें, लेकिन उससे भी ज़्यादा मुश्किल है कि कर सकते हैं तो वो करना नहीं है। उसके रास्ते में, ये भगवान के रास्ते में ये एक जैसे बंद किया हुआ है, वो बात है। तो मैं आप सबका बहुत बहुत धन्यवाद करता हूँ। और आपने जितने विद्वान लोग इकट्ठे हुए हैं और हमें बहुत कुछ सुनाया है, तो जी तो चाहता है कि ये सुनते जाएं। जैसे ये बोल रहे थे तो जी चाहता था इनको कहते कि और कुछ कहो, लेकिन समय जो है वो भी भगवान की इच्छा से ऐसा ही है। तो फिर समय मिलेगा तो आपके दर्शन करेंगे। कोई और जो भी बात होगी वो हम 2-4 लोग इकट्ठे हो गए सब कर लेंगे। जिसकी ज़रूरत होगी मेरी सेवा की, वो जिसके योग हूँ मैं कोशिश करूँगा कि उसको पूरी कर सकूँ। अगर कोई ऐसी ना हो सके तो क्षमा चाहूँगा।